ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਜ਼ਬਰ ਛਤਰ ਤਖਤਾਂ ਦੇ ਮਾਲਕ ਸ਼ਾਹੇ ਸ਼ਹਿਨਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਬੜੇ ਹੀ ਪ੍ਰੇਮ ਸਹਿਤ ਸ਼ਾਮ ਦੇ ਦੀਵਾਨਾਂ ਵਿੱਚ ਆਪ ਜੀ ਜੁੜ ਬੈਠੇ ਹੋ। ਸਤਿਗੁਰਾਂ ਦੀ ਕਿਰਪਾ ਦੇ ਨਾਲ ਇਸ ਸਮੇਂ ਨੂੰ ਵਡਮੁੱਲਾ ਬਣਾਈਏ, ਪਾਈਏ ਸਾਂਝ ਸੱਚੇ ਪਾਤਸ਼ਾਹ ਜੀ ਦੇ ਵਰਤਾਏ ਹੋਏ ਜੀਵਨ ਕੌਤਕਾਂ ਦੇ ਨਾਲ। ਕੱਲ ਸ਼ਾਮ ਦੇ ਦੀਵਾਨਾਂ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਜਿਨ੍ਹਾਂ ਨੇ ਭਾਈ ਮਰਦਾਨਾ ਜੀ ਨੂੰ ਹੁਕਮ ਕੀਤਾ, ਮਰਦਾਨਿਆਂ ਜੇ ਇਹ ਲਾਲ ਨਹੀਂ ਵੇਚਣਾ ਤੇ ਦਿੱਤੀ ਹੋਈ ਮਾਇਆ ਜੌਹਰੀ ਦੀ ਵਾਪਸ ਕਰਕੇ ਆਓ, ਕਿਸੇ ਦਾ ਹੱਕ ਨਹੀਂ ਰੱਖਣਾ। ਦਿਲ ਤੇ ਰੱਖ ਜਿਹਾ ਪੱਥਰ ਭਾਈ ਮਰਦਾਨਾ ਦੀ ਮਾਇਆ ਵਾਪਸ ਕਰਕੇ ਆ ਗਏ। ਸਤਿਗੁਰਾਂ ਦੇ ਪਾਸ ਬੈਠੇ ਨੇ, ਖਿੱਝ ਕੇ ਕਹਿੰਦੇ ਬਾਬਾ 7 ਗੇੜੇ ਲੱਗ ਗਏ ਮੇਰੇ, ਨਾ ਇਹ ਪੱਥਰ ਮੇਰੇ ਕੰਮ ਆਇਆ ਤੇ ਨਾ ਮੈਨੂੰ ਮਾਇਆ ਮਿਲੀ। ਉਦਾਸ ਜਿਹਾ ਹੋ ਕੇ ਭਾਈ ਮਰਦਾਨਾ ਇੱਕ ਪਾਸੇ ਬਹਿ ਗਿਆ। ਉਧਰ ਸਾਲਸਰਾਏ ਜੌਹਰੀ ਮਨ ਹੀ ਮਨ ਸੋਚਦਾ ਹੈ, ਇਸ ਸੱਜਣ ਦੇ ਗੁਰੂ ਕਿੱਡੇ ਅਮੀਰ ਹੋਣਗੇ, ਕਿੱਡੇ ਵੱਡੇ ਉਹ ਸਾਧੂ ਤਪਸਵੀ ਹੋਣਗੇ, ਜਿਨ੍ਹਾਂ ਨੇ ਲਾਲ ਦੀ ਦਿੱਤੀ ਹੋਈ ਦਰਸ਼ਨੀ ਭੇਟਾ ਵੀ ਮੋੜ ਦਿੱਤੀ। ਤੇ ਛੁੱਟ ਗਿਆ ਸੇਵਕ ਉਹਨਾਂ ਦਾ। ਆਪਣੇ ਨੌਕਰ ਅਧਰੱਕੇ ਨੂੰ ਭੇਜਿਆ, ਕਹਿੰਦੇ ਜਾ ਉਹਨਾਂ ਸਾਧੂਆਂ ਨੂੰ ਰੋਕ ਕੇ ਰੱਖ, ਮੈਂ ਆਇਆ। ਬੜੀ ਸ਼ਰਧਾ ਦੇ ਨਾਲ ਸਾਲਸਰਾਏ ਜੌਹਰੀ ਮਿੱਠੇ ਪਕਵਾਨ, ਭੋਜਨ ਪਦਾਰਥ, ਸੁੱਕੇ ਮੇਵੇ, ਕੁਝ ਭੇਟਾਵਾਂ ਲੈ ਕੇ ਉਸ ਪਾਸੇ ਨੂੰ ਚੱਲੇ ਆ ਜਿੱਥੇ ਦੀਨ ਦੁਨੀਆ ਦੇ ਮਾਲਕ ਗੁਰੂ ਨਾਨਕ ਸਾਹਿਬ ਇੱਕ ਬ੍ਰਿਸ਼ ਥੱਲੇ ਬੈਠੇ ਨੇ, ਰੁੱਖ ਥੱਲੇ ਬੈਠੇ। ਇਹਨਾਂ ਸਾਰੇ ਪ੍ਰਕਰਨਾਂ ਨੂੰ ਆਪ ਜੀ ਨੇ ਬੜੇ ਵਿਸਥਾਰ ਸਹਿਤ ਸਰਵਣ ਕੀਤਾ। ਆਓ ਕੁਝ ਸਮਾਂ ਪਾਓ ਪ੍ਰੇਮ ਦੀ ਸਾਂਝ, ਬਖਸ਼ੋ ਆਸੀਸ, ਗੱਜ ਵੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਵੇ ਲੱਜਤ ਬੈਠਾ ਮਰਦਾਨਾ, ਗਰੀਬ ਨੀਚ ਕਰ ਕਛ ਨ ਬਖਾਨਾ। ਜਿਸ ਵੇਲੇ ਦੀਨ ਦੁਨੀਆ ਦੇ ਮਾਲਕ ਸਤਿਗੁਰਾਂ ਨੇ ਚੂਜ ਵਰਤਾਇਆ, ਖੇਡ ਵਰਤਾਈ, ਭਾਈ ਮਰਦਾਨਾ ਜੀ ਦਾ ਧਿਆਨ ਮਾਇਆ ਤੋਂ ਹਟਾ ਕੇ ਫੇਰ ਭੁੱਖ ਵਾਲੇ ਪਾਸੇ ਲਏ। ਭਾਈ ਵਾਲਾ ਜੀ ਦੱਸਦੇ ਆ, ਗੁਰੂ ਅੰਗਦ ਦੇ ਮਹਾਰਾਜ ਚੁੱਪ ਚਪੀਤਾ ਭਾਈ ਮਰਦਾਨਾ ਅੰਦਰੋਂ ਅੰਦਰੀ ਸੜਿਆ ਤੇ ਖਿਜਿਆ, ਇੱਕ ਪਾਸੇ ਬੈਠਾ। ਨਾ ਉਹ ਸਾਡੀ ਕਿਸੇ ਗੱਲ ਦਾ ਹੁੰਗਾਰਾ ਭਰਦਾ, ਨਾ ਉਹ ਸਾਡੀ ਕੋਈ ਗੱਲ ਸੁਣੇ। ਜੇ ਗੁਰੂ ਬਾਬਾ ਜੀ ਬੁਲਾ ਕੇ ਕੁਝ ਕਹਿੰਦੇ ਆ, ਸੁਣਦਾ ਹੀ ਨਹੀਂ, ਕੰਨ ਜੇ ਇਕੱਠੇ ਕਰੀ ਬੈਠੇ, ਦੁਖੀ ਬੜਾ। ਸਤਿਗੁਰ ਸੱਚੇ ਪਾਤਸ਼ਾਹ ਵੇਖ ਰਹੇ ਨੇ, ਵਿਖਾ ਰਹੇ ਨੇ, ਬਾਲਿਆ ਵੇਖ ਤੇ ਸਹੀ ਕਿਵੇਂ ਅੱਕਿਆ ਫਿਰਦਾ, ਸਿਰ ਨੀਵਾਂ ਕੀਤਾ ਹੋਇਆ। ਅੰਦਰੋਂ ਅੰਦਰ ਭਾਈ ਮਰਦਾਨਾ ਦੀ ਅੰਤਾਂ ਦੇ ਸ਼ਰਮਿੰਦੇ ਨੇ, ਉਹ ਵਕਤ ਨੂੰ ਪਛਤਾਈ ਜਾਂਦੇ ਆ। ਪਹਿਲਾਂ ਵੀ ਕਹਿ ਹਟੇ, ਕਹਿੰਦੇ ਮੈਨੂੰ ਕੌਡੇ ਰਾਖਸ਼ ਨੇ ਛੱਡ ਕਿਉਂ ਦਿੱਤਾ, ਮਰ ਜਾਂਦਾ ਤੇ ਚੰਗਾ ਸੀ। ਕੰਮ ਸੇ ਕੰਮ ਪਲ ਪਲ, ਹਰ ਵੇਲੇ ਮਰਨ ਨਾਲੋਂ ਇੱਕ ਵੇਲੇ ਮਰਿਆ ਠੀਕ ਸੀ।
ਗੁਰੂ ਬਾਬਾ ਦੀ ਅੰਦਰ ਦੀ ਗੱਤ ਜਾਣਦੇ ਆ, ਇਸ ਕਰਕੇ ਸਤਿਗੁਰ ਵੀ ਚੁੱਪ ਰਹੇ। ਕਹਿੰਦੇ ਲੰਮਾ ਸਮਾਂ ਬਤੀਤ ਹੋ ਗਿਆ। ਉਧਰੋਂ ਸਾਲਸਰਾਏ ਜੌਹਰੀ ਦਾ ਨੌਕਰ ਆਇਆ, ਮਹਾਰਾਜ ਨੇ ਬੇਨਤੀ ਕੀਤੀ, ਸਤਿਗੁਰੂ ਮੇਰੇ ਮਾਲਕ ਤੁਹਾਨੂੰ ਮਿਲਣਾ ਚਾਹੁੰਦੇ ਆ। ਮਹਾਰਾਜ ਕਹਿੰਦੇ ਬਹਿ ਜਾ। ਇੰਨੇ ਨੂੰ ਸਾਲਸਰਾਏ ਜੌਹਰੀ ਆਪਣੇ ਕੁਝ ਨੌਕਰਾਂ ਚਾਕਰਾਂ ਸਾਥੀਆਂ ਦੇ ਸਮੇਤ ਇੱਕ ਪਰਾਤ ਭਰੀ ਹੈ, ਪਕਵਾਨਾਂ ਦੀ ਸਿਰ ਤੇ ਰੱਖੀ ਹੈ, ਕੁਝ ਭੇਟਾਵਾਂ ਲੈ ਕੇ ਨੰਗੇ ਚਰਨ ਆਇਆ ਏ। ਇਜ ਪਾਤੂ ਸਨਿਯਤ ਸ਼ੁਦਾ ਤੁਰ ਸਭ ਹੈ ਬਾਤ ਮਾਹੀ ਰਹ ਜਰ। ਭਾਈ ਮਰਦਾਨਾ ਜੀ ਚੁੱਪ ਚਪੀਤੇ ਬੈਠੇ। ਜੇ ਸਤਿਗੁਰ ਬੁਲਾਉਂਦੇ ਆ ਨਾ, ਅੱਗੋਂ ਪਤਾ ਕੀ ਕਹਿੰਦੇ ਆ? ਕਹਿੰਦੇ ਬਾਬਾ ਕੀ ਜਰਾਂ ਮੈਂ, ਦੁੱਖ ਮੈਂ ਜਰ ਲੇ, ਭੁੱਖ ਮੈਂ ਜਰ ਲਈ, ਤਾਨੇ ਤੁਹਾਡੇ ਮੈਂ ਜਰ ਲੇ, ਇੱਥੋਂ ਤੱਕ ਲਾਰੇ ਵੀ ਤੁਹਾਡੇ ਜਰ ਰਿਹਾ, ਹੁਣ ਨਹੀਂ ਜਰੇ ਜਾਂਦੇ। ਲਾਰੇ ਦੱਸਦਾ ਕਿਉਂਕਿ ਸਤਿਗੁਰਾਂ ਨੇ ਕਿਹਾ ਸੀ ਆ ਪੱਥਰ ਲੈ ਜੀ, ਲਾਲ ਲੈ ਜੀ। ਕੁਝ ਖਾਇਆ ਹੀ 7 ਗੇੜੇ ਹੁਣ ਲੱਗੇ, 4 ਲੱਗੇ ਪਹਿਲਾਂ। ਪੱਥਰ ਲਾਲ ਦਾ ਲਾਲ ਉੱਥੇ ਹੀ ਹੈ, ਮਾਇਆ ਜਿੱਥੋਂ ਆਈ ਉੱਥੇ ਚਲੇ ਗਈ। ਭਾਈ ਮਰਦਾਨੇ ਦੀ ਭੁੱਖ ਵੀ ਟਲੀ ਨਾ, ਉਹ ਵੀ ਭੁੱਖੇ ਦਾ ਭੁੱਖਾ ਹੀ। ਇਸ ਕਰਕੇ ਉਹ ਪਰੇਸ਼ਾਨ ਹੈ। ਕਹਿੰਦਾ ਬਾਬਾ ਅੱਜ ਤੋਂ ਬਾਅਦ ਮੈਂ ਤੁਹਾਡੇ ਨਾਲ ਨਹੀਂ ਜਾਣਾ, ਨਾ ਮੈਨੂੰ ਕੋਈ ਕੰਮ ਕਿਹੋ, ਨਾ ਮੈਂ ਤੁਹਾਡੇ ਆਖੇ ਲੱਗਣਾ ਏ। ਅੰਤਰ ਔਰ ਕੀ ਗੱਡੀ ਵਿਚਾਰੇ ਸ਼੍ਰੀ ਗੁਰ ਡਰ ਕਰ ਕਛ ਨਾ ਉਚਾਰੇ। ਗੁਰੂ ਬਾਬਾ ਜੀ ਕਹਿੰਦੇ ਠੀਕ ਆ ਮਰਦਾਨਿਆ, ਤੇਰੀ ਮੌਜ ਭਾਈ, ਜਿਵੇਂ ਤੈਨੂੰ ਠੀਕ ਲੱਗਦਾ ਉਵੇਂ ਕਰ ਲਈ। ਭਾਈ ਮਰਦਾਨਾ ਸਤਿਗੁਰਾਂ ਤੋਂ ਡਰਦਾ ਵੀ ਬਹੁਤ ਹੈ ਵੀ ਜੇ ਭੱਜਿਆ ਰਸਤੇ 'ਚ ਕੁਝ ਹੋ ਗਿਆ ਇਹਨਾਂ ਹੁਣ ਤਾਂ ਨਹੀਂ ਆਉਣਾ। ਨਾ ਆਪਾਂ ਘਰ ਜਾਣ ਜੋਗੇ, ਨਾ ਗੁਰੂ ਕੋਲ ਰਹਿਣ ਜੋਗੇ, ਨਾ ਜਵਾਬ ਦੇ ਸਕਦੇ। ਮਨ ਹੀ ਮਨ ਖਿਆਲ ਕੀਤਾ ਵੀ ਜਿਸ ਦਿਨ ਸਤਿਗੁਰ ਪਿੰਡ ਜਾਣਗੇ ਨਾ, ਦੁਬਾਰਾ ਕਹਿਣਗੇ ਚੱਲ ਚੱਲੀਏ, ਆਪਾਂ ਨਹੀਂ ਆਉਂਦੇ। ਇੰਨੇ ਦੁਖੀ ਹੋ ਗਏ। ਹੁਣ ਦੁਖੀ ਹੋਣ ਦਾ ਕਾਰਨ ਕੀ ਹੈ? ਰੱਬ ਨਾਲ ਰਹਿ ਕੇ ਵੀ ਕੋਈ ਦੁਖੀ ਹੈ? ਨਹੀਂ, ਇਹ ਉਸ ਮਾਲਕ ਦੀ ਰਜ਼ਾ ਹੈ, ਉਹਦੀ ਮੌਜ ਹੈ, ਉਹਦਾ ਬਣਾਇਆ ਭਾਣਾ ਹੈ, ਜਿਸ ਭਾਣੇ ਵਿੱਚ ਭਾਈ ਮਰਦਾਨਾ ਜੀ ਨੂੰ ਸਤਿਗੁਰਾਂ ਨੇ ਪਰੋਇਆ ਹੋਇਆ। ਚੁੱਪ ਚਪੀਤੇ ਬੈਠੇ ਰਹੇ। ਹੁਣ ਕਿਸੇ ਗੱਲ ਦਾ ਜਵਾਬ ਕੋਈ ਨਹੀਂ। ਖਿੱਚ ਗਏ ਨੇ ਵੀ ਇੰਨੇ ਗੇੜੇ ਲਾ ਲਏ, ਮਾੜੀ ਮੋਟੀ એનર્ਜੀ ਸੀ ਤੁਰਨ ਫਿਰਨ ਦੀ, ਉਹ ਵੀ ਵੇਸਟ ਹੋ ਗਈ, ਉਹ ਵੀ ਖਤਮ ਹੋ ਗਈ। ਹੁਣ ਤੇ ਪੀਣ ਨੂੰ ਪਾਣੀ ਨਹੀਂ। ਸਾਲਸ ਰਾਏ ਆਏ ਤਹਿ ਕਾਲਾ ਆਗੇ ਭੋਜਨ ਧਰੇ ਰਸਾਲਾ। ਸਾਲਸਰਾਏ ਜੌਹਰੀ ਨੇ ਆ ਕੇ ਭਰਿਆ ਭਰਾਇਆ ਭੋਜਨ ਦਾ ਥਾਲ ਸਤਿਗੁਰਾਂ ਦੇ ਸਨਮੁਖ ਰੱਖ ਦਿੱਤਾ। ਮਰਦ ਨੇ ਭਾਈ ਮਰਦਾਨਾ ਜੀ ਵੱਲ ਵੇਖਿਆ, ਕਿਉਂਕਿ ਖੁਸ਼ਬੂ ਤੇ ਦੂਰੋਂ ਆ ਰਹੀ ਹੈ। ਭੁੱਖੇ ਇਨਸਾਨ ਨੂੰ ਖੁਸ਼ਬੂ ਵੀ ਮਹਿਕ ਵੀ ਜ਼ਿਆਦਾ ਸਤਾਉਂਦੀ ਹੈ। ਭਾਈ ਮਰਦਾਨਾ ਜੀ ਨੇ ਜਾਣਬੁੱਝ ਕੇ ਥਾਲ ਵੱਲ ਨਹੀਂ ਵੇਖਿਆ। ਗੁੱਸਾ ਅੰਦਰ, ਭੁੱਖ ਤੇ ਲੱਗੀ ਹੈ, ਦਿਲ ਵੀ ਕਰਦਾ ਚੁੱਕ ਕੇ ਖਾ ਲਵਾਂ, ਪਰ ਸਤਿਗੁਰਾਂ ਨੇ ਵੀ ਜਾਣਬੁੱਝ ਕੇ ਆਗਿਆ ਨਾ ਦਿੱਤੀ। ਮਰਦ ਵੀ ਵੇਖਦੇ ਰਹੇ ਵੀ ਜਦ ਤੱਕ ਇਹ ਆਪ ਨਹੀਂ ਮੰਗਦਾ ਕੁਝ ਨਹੀਂ ਦੇਣਾ। ਆਖੋ ਸਤਨਾਮ, ਕਿੱਡੇ ਚੋਜੀ ਨੇ ਪਾਤਸ਼ਾਹ। ਸਾਲਸਰਾਏ ਜੌਹਰੀ ਨੇ ਭੋਜਨ ਰੱਖਿਆ, ਪਦਾਰਥ ਰੱਖੇ, ਭੇਟਾਵਾਂ ਰੱਖੀਆਂ, ਸਤਿਗੁਰਾਂ ਅੱਗੇ ਹੱਥ ਜੋੜੇ ਨੇ। ਹਾਥ ਬੰਦ ਬੰਧਨ ਕੋ ਕਰਕੇ ਸਭੇ ਸੁਨਾਈ ਬਾਤ ਉਚਰ ਕੇ। ਦੀਨ ਦੁਨੀਆ ਦੇ ਮਾਲਕ ਸਤਿਗੁਰਾਂ ਨੇ ਅਣਜਾਣ ਪੁਣੇ ਵਾਂਗ ਪੁੱਛਿਆ, ਜਿਵੇਂ ਜਾਣਦੇ ਨਹੀਂ। ਕਹਿੰਦੇ ਭਾਈ ਕੌਣ ਹੈ ਤੂੰ, ਕਿੱਥੋਂ ਆਇਆ? ਜਦ ਕਿ ਆਪ ਹੀ ਭੇਜਿਆ ਸੀ ਭਾਈ ਮਰਦਾਨੇ ਨੂੰ, ਜਾ ਜੌਹਰੀ ਸਾਲਸਰਾਏ ਕੋਲ ਜਾ। ਪਰ ਜਦ ਉਹ ਆਪ ਚੱਲ ਕੇ ਆਇਆ, ਮੱਥਾ ਮਰਦ ਨੂੰ ਟੇਕਿਆ, ਸਤਿਗੁਰਾਂ ਦੇ ਸਾਹਮਣੇ ਹੱਥ ਜੋੜ ਬਹਿ ਗਿਆ। ਨੌਕਰ ਚਾਕਰ ਬਹਿ ਗਏ। ਬਹੁਤ ਵੱਡਾ ਸ਼ਾਹੂਕਾਰ ਹੈ, ਬਿਸੰਬਰਪੁਰ ਦਾ, ਪਟਨੇ ਦਾ। ਮਰਦ ਦੇ ਚਰਨਾਂ ਵਿੱਚ ਬੈਠਾ ਹੈ। ਗੁਰੂ ਬਾਬਾ ਜੀ ਏਦਾਂ ਪੁੱਛਦੇ ਆ ਜਿਵੇਂ ਕਦੇ ਜਾਣਦੇ ਨਹੀਂ ਹੁੰਦੇ, ਪਤਾ ਹੀ ਨਹੀਂ ਹੁੰਦਾ। ਕਹਿੰਦੇ ਪੁਰਖਾ ਕੌਣ ਹੈ ਭਾਈ, ਤੂੰ ਕਿੱਥੋਂ ਆਇਆ ਏ? ਗਰਭ ਤੁਮਾਰੋ ਇਹ ਬਲੀਜੇ ਧਰਮ ਹਮਾਰੋ ਰੱਖਣ ਕੀਜੇ। ਇੰਨੇ ਸਮੇਂ ਵਿੱਚ ਸਾਲਸਰਾਏ ਜੌਹਰੀ ਨੇ ਆਪਣੀ ਜੇਬ ਦੇ ਵਿੱਚੋਂ ਉਹ ਗੁੱਥੀ ਕੱਢੀ ਆ, ਜਿਹਦੇ ਵਿੱਚ ਸਿੱਕੇ ਸੀ 100 ਰੁਪਈਆ। ਗੁਰੂ ਬਾਬਾ ਜੀ ਦੇ ਸਾਹਮਣੇ ਰੱਖ ਦਿੱਤੇ। ਮਰਦ ਕਹਿੰਦੇ ਆ ਕੀ ਹੈ? ਕਹਿੰਦਾ ਪਾਤਸ਼ਾਹ ਇਹ ਲਾਲ ਦੀ ਦਰਸ਼ਨੀ ਭੇਟ ਹੈ, ਇਹ ਤੇ ਵਾਪਸ ਕਰ ਦਿੱਤੀ ਸੀ ਗੁਰੂ ਸਾਹਿਬ। ਕਹਿੰਦਾ ਜੀ ਮੈਂ ਵਾਪਸ ਕਰਨੇ ਆਇਆ,
ਮੇਰਾ ਇਹ ਧਰਮ ਹੈ, ਮੇਰਾ ਇਹ ਨਿਜ਼ਮ ਹੈ, ਜੋ ਵਸਤੂ ਮੈਂ ਕਿਸੇ ਨੂੰ ਦੇ ਦਿੱਤੀ ਉਹ ਭਾਵੇਂ ਕਰੋੜਾਂ ਦੀ ਕਿਉਂ ਨਾ ਹੋ ਜੇ, ਮੇਰੀ ਨਹੀਂ ਹੈ। ਇਹ 100 ਰੁਪਈਆ ਮੈਂ ਉਸ ਲਾਲ ਦੀ ਭੇਟਾ ਦੇ ਦਿੱਤੀ, ਤੁਹਾਡਾ ਆ ਮਿੱਤਰ, ਤੁਹਾਡਾ ਸਾਥੀ ਮੇਰੀ ਦਹਲੀਜ਼ ਉੱਤੇ ਸੁੱਟ ਗਿਆ ਮਾਇਆ। ਕਹਿੰਦਾ ਜੀ ਅਸੀਂ ਲਾਲ ਵੇਚਣਾ ਨਹੀਂ ਤੇ ਅਸੀਂ ਮਾਇਆ ਕਿਉਂ ਰੱਖੀਏ। ਕਹਿੰਦਾ ਬਾਬਾ ਜੀ ਮੈਂ ਭੇਟਾ ਵਾਪਸ ਕਰਨਾ ਆ, ਇਹ ਸੁਗਾਤ ਤੁਹਾਡੀ ਹੈ, ਇਹ ਵਸਤੂ ਆਪ ਜੀ ਦੀ ਹੈ, ਇਹਦੇ ਵਿੱਚ ਮੇਰਾ ਕੁਝ ਨਹੀਂ। ਦੋਹਰਾ ਸ੍ਰੀ ਗੁਰ ਕਹੈ ਜੇ ਵਿੱਚ ਹੀ ਤਬ ਧਨ ਲਈ ਨਿਜ ਪਾਨ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵੀ ਉਹੀ ਬਚਨ ਦੁਹਰਾਏ ਜੋ ਭਾਈ ਮਰਦਾਨਾ ਜੀ ਨੇ ਆਖੇ ਸੀ। ਸਤਿਗੁਰ ਕਹਿੰਦੇ ਪੁਰਖਾ ਜੇ ਤੈਨੂੰ ਲਾਲ ਵੇਚਿਆ ਹੁੰਦਾ, ਤੇਰੇ ਕੋਲੋਂ ਧਨ ਲੈਣ ਦੇ ਹੱਕਦਾਰ ਅਸੀਂ ਤਾਂ ਸੀ, ਅਸੀਂ ਤੈਨੂੰ ਕੁਝ ਦਿੱਤਾ ਨਹੀਂ, ਤੂੰ ਸਾਨੂੰ ਕਿਉਂ ਦੇ ਰਿਹਾ। ਉਹ ਬੜਾ ਹੈਰਾਨ ਵੀ ਆਹੀ ਇਹਨਾਂ ਦਾ ਸੇਵਕ ਸਾਥੀ ਬੋਲਦਾ ਸੀ, ਉਹੀ ਬਚਨੇ ਕਹਿੰਦੇ ਆ। ਦੁਨੀਆ ਤੇ ਕਿਹੜਾ ਸਾਧੂ ਹੈ ਜਿਹੜਾ ਮਾਇਆ ਛੱਡ ਦੇ, ਹੈ ਕੋਈ ਨਹੀਂ। ਨਹੀਂ, ਬਾਣੀ ਨੂੰ ਪੁੱਛ ਕੇ ਵੇਖੋ, ਬੜਿਆਂ ਨੇ ਮਾਇਆ ਨੂੰ ਛੱਡਿਆ ਪਰ ਸਾਹਿਬਾਂ ਨੇ ਸੱਚ ਕਹਿ ਦਿੱਤਾ, ਮਾਇਆ ਤਜੀ ਤੋ ਕਿਆ ਭਇਆ, ਮਾਨ ਤਜਿਆ ਨਹੀਂ ਜਾਏ, ਮਾਨ ਮੁਨੀ ਮੁਨਵਰ ਗਲੇ, ਮਾਨ ਸਬੈ ਕੋ ਖਾਏ। ਵੱਡੇ ਵੱਡੇ ਤਪਸਵੀ ਮੁਨੀ ਸਾਧੂ ਕਹਿੰਦੇ ਇਸ ਮਾਣ ਹੰਕਾਰ ਚ ਗਲ ਗਏ। ਅਸੀਂ ਲੰਗਰ ਲਾਇਆ, ਅਸੀਂ ਸੇਵਾ ਕੀਤੀ, ਅਸੀਂ ਦਾਨ ਕੀਤਾ, ਅਸੀਂ ਮਾਇਆ ਛੱਡੀ। ਕਹਿੰਦੇ ਮਾਇਆ ਛੱਡਤੀ ਤਾਂ ਕੀ ਹੋਇਆ, ਮਾਇਆ ਦਾ ਮਾਣ ਨਹੀਂ ਨਾ ਛੱਡਿਆ। ਮਾਣ ਮੈਂ ਦਾਨ ਕੀਤਾ, ਮੇਰੀ ਮਾਇਆ ਮੈਂ ਤੇਰੇ ਕੰਮ ਆਇਆ, ਇਹ ਹੈ ਮਾਣ। ਮਰਦ ਕਹਿੰਦੇ ਫਿਰ ਨਾ ਹੀ ਛੱਡਦਾ, ਇਹਦੇ ਨਾਲ ਤੇ ਚੰਗਾ ਸੀ, ਮਾਇਆ ਧਾਰੀ ਤੇ ਕਹਾਉਂਦਾ ਸੀ ਨਾ। ਮਾਇਆ ਵੀ ਛੱਡਤੀ, ਕਹਿੰਦਾ ਮੈਂ ਕਰੋੜਾਂ ਨੂੰ ਲੱਤ ਮਾਰ ਕੇ ਆਇਆ, ਨਾ ਮਾਰਦਾ ਲੱਤ ਪੂਜਾ ਹੀ ਕਰ ਲੈਂਦਾ। ਮਾਣ ਤੇ ਕਰੋੜਾਂ ਤੋਂ ਵੱਡਾ ਹੋ ਗਿਆ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਹਿੰਦਾ ਪਾਤਸ਼ਾਹ ਇਹ ਮੇਰੀ ਵਸਤੂ ਨਹੀਂ ਹੈ। ਉਹ ਹੈਰਾਨ ਅੰਦਰੋਂ ਵੀ ਕਿਹੋ ਜਿਹੇ ਫਕੀਰ ਨੇ ਜਿਹੜੇ ਮਾਇਆ ਦਾ ਤਿਆਗ ਕਰੀ ਬੈਠੇ ਆ, ਕਿਉਂਕਿ ਮਾਇਆ ਬਖਸ਼ਦੀ ਕਿਹਨੂੰ ਹੈ। ਇਹ ਤੇ ਬਿਨਾਂ ਦੰਦਾਂ ਤੋਂ ਸਾਰੇ ਜ਼ਮਾਨੇ ਨੂੰ ਖਾਈ ਫਿਰਦੀ ਹੈ। ਮਾਇਆ ਮਮਤਾ ਮੋਹਣੀ, ਜਿਨ ਬਿਨ ਦੰਤਾਂ ਜਗ ਖਾਇਆ, ਮਨਮੁਖ ਖਾਦੇ ਗੁਰਮੁਖ ਉਬਰੇ, ਜਿਨੀ ਸੱਚ ਨਾਮ ਚਿਤ ਲਾਇਆ। ਬਚਿਆ ਕੌਣ ਹੈ? ਗੁਰਮੁਖ ਬਚਿਆ। ਮਨਮੁਖ ਖਾਦੇ ਗਏ ਨੇ, ਨਿਗਲ ਲਏ ਨੇ ਸਬੂਤੇ ਬਿਨਾਂ ਦੰਦਾਂ ਤੋਂ ਇਸ ਮਾਇਆ ਨੇ। ਇਸੇ ਚੀਜ਼ ਤੋਂ ਉਹ ਸ਼ਾਹੂਕਾਰ ਪ੍ਰਭਾਵਿਤ ਹੈ, ਜੋ ਉਹਨਾਂ ਸਮਿਆਂ 'ਚ ਇੱਕ ਸ਼ਾਹੂਕਾਰ ਇੱਕ ਚੌਰੀ ਹੈ। ਚੌਰੀ ਉਹ ਹੁੰਦੇ ਜਿਹੜੇ ਹੀਰੇ ਵੇਚਦੇ ਆ, ਸੁਨਿਆਰ ਉਹ ਨੇ ਜੋ ਸੋਨਾ ਚਾਂਦੀ ਦਾ ਕੰਮ ਕਰਦੇ ਆ। ਸੁਨਿਆਰਾਂ ਤੋਂ ਵੱਡੀ ਪੋਸਟ ਹੈ ਜੌਹਰੀਆਂ ਦੀ। ਰਤਨਾ, ਹੀਰਿਆਂ, ਮੂੰਗਿਆਂ, ਪੰਨਿਆਂ, ਮੋਤੀਆਂ ਦਾ ਵਪਾਰ ਕਰਦੇ। ਗੁਰੂ ਬਾਬਾ ਜੀ ਦੇ ਸਾਹਮਣੇ ਹੱਥ ਜੋੜ ਕੇ ਆਖਣ ਲੱਗੇ, ਕਹਿੰਦੇ ਨਹੀਂ ਫਕੀਰੋ, ਤੁਹਾਡੀ ਵਸਤੂ ਹੈ, ਬੇਸ਼ੱਕ ਤੁਸੀਂ ਵੇਚਿਆ ਨਹੀਂ, ਦੀਦਾਰ ਤੇ ਕਰਵਾਏ ਹਨ। ਨਹਿ ਵੇਚੇ ਤੋਲੀ ਕਸ, ਰੱਖੋ ਦਰਬ ਪਾਨ। ਗੁਰੂ ਸਾਹਿਬ ਕਹਿੰਦੇ ਆ ਮਾਇਆ ਚੁੱਕ ਲੈ ਭਾਈ, ਤੇਰੀ ਹੈ, ਜਦੋਂ ਵੇਚਿਆ ਹੀ ਨਹੀਂ ਤੇ ਅਸੀਂ ਹੱਥ ਕਿਉਂ ਲਾਈਏ। ਕਮਾਲ ਹੈ। ਐਦਾਂ ਦੇ ਸਾਧੂ, ਐਦਾਂ ਦੇ ਫਕੀਰ ਬੇਗਾਨੀ ਵਸਤੂ ਨੂੰ ਕਦੇ ਅਪਣਾਇਆ ਹੀ ਨਹੀਂ, ਕਦੇ ਆਪਣੇ ਕੋਲ ਰੱਖਿਆ ਹੀ ਨਹੀਂ। ਭਾਈ ਮਰਦਾਨਾ ਵੇਖ ਰਹੇ ਆ ਵੀ ਅੱਗੇ ਮਾਇਆ ਸੁੱਟ ਕੇ ਆਇਆ ਸੀ, ਇਹ ਵਾਪਸ ਲੈ ਆਇਆ। ਜੇ ਹੁਣ ਲੈ ਕੇ ਆਇਆ ਤੇ ਬਾਬਾ ਜੀ ਫੇਰ ਮੋੜੀ ਜਾਂਦੇ। ਆਖੋ ਸਤਨਾਮ। ਲੱਗਦਾ ਹੈ ਮਾਇਆ ਸਾਡੇ ਕਰਮਾਂ 'ਚ ਨਹੀਂ। ਖਿਆਲ ਚੱਲਦੇ ਮਨ 'ਚ। ਗੁਰੂ ਬਾਬਾ ਜੀ ਸਭ ਕੁਝ ਵੇਖ ਰਹੇ ਆ, ਹੈਰਾਨ ਹਨ ਭਾਈ ਮਰਦਾਨਾ ਕੀ ਤੋਂ ਕੀ ਸੋਚਦੇ ਆ। ਪਰ ਉਧਰ ਬੈਠਾ ਸਾਲਸਰਾਏ ਚੌਧਰੀ ਗੁਰੂ ਨਾਨਕ ਸਾਹਿਬ ਜੀ ਦਾ ਤਿਆਗ ਵੇਖਦਾ ਹੈ, ਉਹਨਾਂ ਦਾ ਵਿਰਾਗ ਵੇਖਦਾ ਹੈ ਵੀ ਮੇਰੀ ਧਨ ਦੀ ਥੈਲੀ ਵੱਲ ਇਹ ਤੱਕਦੇ ਵੀ ਨਹੀਂ। ਜੋ ਪਈ ਦਰਸ਼ਨ ਪਰਸ ਭਰਮ ਮਿਟ ਗਇਓ, ਬੈਠ ਸੁਬੈਨ ਸੁਣੇ ਮਨ ਨਿਰਮਲ ਭਇਓ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਭਾਈ ਮਾਇਆ ਚੁੱਕ ਪਹਿਲਾਂ ਪਾਸੇ ਕਰ ਇਹਨੂੰ। ਕਹਿੰਦਾ ਜੀ ਬਸ ਇਸ ਮਾਇਆ ਦੇ ਭਲੇਖੇ ਮੇਰਾ ਭਰਮ ਕੱਟਿਆ ਗਿਆ। ਭਰਮ ਕਾਹਦਾ ਭਰਮ? ਵੱਡੇ ਵੱਡੇ ਸਾਧੂ ਆਏ, ਲਿਪਟ ਗਏ ਮਾਇਆ 'ਚ। ਸਾਧੂ ਤੇ ਫਕੀਰ ਨੂੰ ਡਲਾਉਣ ਵਾਸਤੇ ਮਾਇਆ ਕਾਫੀ ਹੈ।
ਕਲਯੁਗ ਦੇ ਸਮੇਂ ਵਿੱਚ ਦੱਸੋ ਹੈ ਕਿਹੜਾ ਜੀ ਜਿਹੜਾ ਮਾਇਆ ਤੋਂ ਬਚਿਆ ਹੈ ਕੋਈ? ਦਾਅਵੇ ਕੋਈ ਜਿੱਡੇ ਮਰਜ਼ੀ ਕਰੀ ਜਾਏ, ਮੈਂ ਕਹਿੰਦਾ ਅੱਜ ਧਰਮ ਦੇ ਨਾਂ ਤੇ ਜੁੜ ਕੇ ਜਿੰਨੀ ਪ੍ਰਾਪਰਟੀ, ਜਿੰਨੀ ਮਾਇਆ, ਜਿੰਨਾ ਪੈਸਾ, ਜਿੰਨੇ ਪਦਾਰਥ ਬੰਦਾ ਇਕੱਠੇ ਕਰ ਸਕਦਾ ਹੈ, ਉਹਨਾਂ ਤੇ ਸਾਰੀ ਜ਼ਿੰਦਗੀ ਬਿਜ਼ਨਸ ਤੇ ਨੌਕਰੀ 'ਚ ਪੈਸਾ ਇਕੱਠਾ ਨਹੀਂ ਹੁੰਦਾ। ਫਕੀਰ ਕਹਾਉਣ ਵਾਲੇ, ਸਾਧ ਕਹਾਉਣ ਵਾਲੇ, ਕਦੇ ਜਾ ਕੇ ਤੇ ਵੇਖੋ ਡੇਰਿਆਂ ਦੇ ਵਿੱਚ ਗੱਦਿਆਂ ਥੱਲੇ ਵੀ ਨੋਟ ਚੜੇ ਹੋਏ ਆ, ਕਰੋੜਾਂ ਦੀਆਂ ਗੱਡੀਆਂ, ਕਰੋੜਾਂ ਦੀਆਂ ਮੁੰਦਰੀਆਂ, ਲੱਖਾਂ ਦੀਆਂ ਘੜੀਆਂ, ਕੀ ਇੱਕ ਫਕੀਰ ਨੂੰ ਸ਼ੋਭਾ ਦਿੰਦੀਆਂ? ਜਿਹੜਾ ਸਾਧੂ ਇਹ ਦੱਸਣ ਵਾਸਤੇ ਆਇਆ ਹੈ ਵੀ ਭਾਈ ਮਾਇਆ ਨਾਗਣੀ ਹੈ, ਇਹ ਤੋਂ ਬਚੋ, ਗੱਡੀ ਕਿੰਨੇ ਦੀ ਆ ਉਹਦੇ ਕੋਲ? ਘੱਟ ਤੋਂ ਘੱਟ 50 ਲੱਖ ਦੀ। ਇੰਨੀ ਮਹਿੰਗੀ ਗੱਡੀ ਵਿੱਚ ਸਿਰਫ ਉਹ 2 ਘੰਟਿਆਂ 'ਚ ਇੰਨਾ ਹੀ ਦੱਸਣ ਆਇਆ ਵੀ ਮਾਇਆ ਤੋਂ ਬਚੋ, ਪਰ ਆਪ ਸਿਰ ਤੋਂ ਪੈਰਾਂ ਤੱਕ ਮਾਇਆ ਨਾਲ ਲੱਦਿਆ। ਇਹ ਤੇ ਹੈ ਕਲਯੁਗ ਦੇ ਸਾਧੂ। ਤਾਂ ਹੀ ਤੇ ਸਾਲਸਰਾਏ ਜੌਹਰੀ ਹੈਰਾਨ ਸੀ ਵੀ ਕੋਈ ਸਾਧੂ ਆਉਂਦਾ ਮੇਰੇ ਕੋਲ ਛੋਟਾ ਜਿਹਾ ਹੀਰਾ ਲੈ ਕੇ ਮੱਥੇ ਟੇਕਦਾ ਜਾਂਦਾ ਹੈ, ਅਸੀਸਾਂ ਦਿੰਦਾ ਜਾਂਦਾ ਹੈ। ਇਹ ਕਿਹੋ ਜਿਹੇ ਸਾਧ ਨੇ? ਮਾਇਆ ਵੱਲ ਵੇਖਦੇ ਨਹੀਂ। ਤਿਆਗੀ ਕਹਿੰਦਾ ਜੀ ਮੇਰਾ ਭਰਮ ਕੱਟਿਆ ਗਿਆ। ਮਰਦ ਕਹਿੰਦੇ ਕਾਹਦਾ ਭਰਮ? ਕਹਿੰਦਾ ਅੱਜ ਮੈਨੂੰ ਪਤਾ ਲੱਗਿਆ ਮਾਇਆ ਨੂੰ ਡੰਗਣ ਵਾਲੇ, ਮਾਇਆ ਨੂੰ ਟੱਸਣ ਵਾਲੇ ਸਾਧੂ ਵੀ ਹੁੰਦੇ। ਆਖੋ ਸਤਨਾਮ। ਮਾਇਆ ਤੇ ਡੰਗਦੀ ਹੈ, ਪਰ ਮਾਇਆ ਦੇ ਜ਼ਹਿਰ ਨੂੰ ਮਾਰਨ ਵਾਲਾ ਵੀ ਕੋਈ ਹੈ। ਅੱਜ ਮੈਨੂੰ ਯਕੀਨ ਹੋ ਗਿਆ ਏ। ਜਾਣੇ ਸੰਤ ਰੂਪੇ ਪੂਰੇ, ਦੇਖਣ ਸੁਣਨ ਜਿਨ੍ਹਾਂ ਕੋ ਰੂਰੇ। ਕਹਿੰਦਾ ਸੰਤ ਜੀ ਬਸ ਆਹੀ ਵੇਖਣ ਆਇਆ ਸੀ ਵੀ ਤੁਹਾਡਾ ਚੇਲਾ ਪੱਕਾ ਤੇ ਚੇਲੇ ਦਾ ਗੁਰੂ ਕਿਹੋ ਜਿਹਾ ਹੋਣਾ। ਤੁਸੀਂ ਪੂਰੇ ਸੰਤ ਹੋ, ਪੂਰੇ ਸਾਧੂ ਹੋ। ਗੁਰੂ ਬਾਬਾ ਜੀ ਕਹਿੰਦੇ ਨਾ ਭਾਈ ਅਸੀਂ ਸੰਤ ਤੇ ਨਾ ਅਸੀਂ ਸਾਧੂ, ਅਸੀਂ ਤੇ ਆਮ ਜੇ ਇਨਸਾਨ ਆ, ਤੁਰੇ ਫਿਰਦੇ ਆ। ਅੱਜ ਕਿਤੇ ਗੱਲ ਕਿਤੇ ਬਾਬੇ ਨਾਨਕ ਦੇ ਬੋਲ। ਪਰ ਉਹ ਕਹਿੰਦਾ ਜੀ ਮੇਰੇ ਅੰਦਰ ਦੀ ਤਸੱਲੀ ਹੋ ਗਈ। ਮੈਂ ਸਾਰੀ ਜ਼ਿੰਦਗੀ ਰੱਬ ਨੂੰ ਕੋਸਦਾ ਰਿਹਾ, ਰੱਬਾ ਮੇਰਿਆ ਕੀ ਕੋਈ ਸਾਧੂ ਵੀ ਹੁੰਦਾ ਦੁਨੀਆ ਤੇ? ਜਿੰਨਿਆਂ ਨੂੰ ਮੈਂ ਪਰਖਿਆ ਸਭ ਲਾਲਚੀ, ਸਭ ਲਟੇਰੇ, ਕੋਈ ਐਸਾ ਵੀ ਹੈ ਜੋ ਮਾਇਆ ਦਾ ਤਿਆਗੀ ਹੋਵੇ? ਕਹਿੰਦਾ ਜੀ ਮੈਂ ਪਰਖ ਲਿਆ, ਤੁਹਾਡਾ ਸੇਵਕ ਬਾਰ-ਬਾਰ ਮਾਇਆ ਮੋੜਨ ਆਉਂਦਾ ਹੈ, ਸੁੱਟ ਕੇ ਚਲਿਆ ਜਾਂਦਾ ਏ। ਮੈਂ ਕਿਹਾ ਚੱਲ ਇੱਕ ਵਾਰ ਪਰਖ ਲੈਨੇ ਆ, ਮਾਇਆ ਆਪ ਦੇ ਆਉਨੇ ਆ। ਤੇ ਕਲਯੁਗੀ ਸਾਧੂ ਤੇ ਇਹੀ ਕਹੂਗਾ ਨਾ ਵੀ ਜਿਹੜੀ ਆਪਣੇ ਆਪ ਆਉਂਦੀ ਮਨਾ ਨਹੀਂ ਕਰਨੀ, ਮੰਗਣੀ ਹੈ ਨਹੀਂ, ਦੇਤਾ ਤੇ ਮਨਾ ਨਹੀਂ ਕਰਨਾ, ਰੋਕਣਾ ਨਹੀਂ। ਪਰ ਕਹਿੰਦਾ ਜੀ ਮੇਰੀ ਤਸੱਲੀ ਹੋ ਗਈ, ਐਸੇ ਜੱਗ ਉੱਤੇ ਸਾਧੂ ਵੀ ਹਨ ਜਿਨ੍ਹਾਂ ਮਾਇਆ ਨੂੰ ਵਸ ਕੀਤਾ ਏ। ਕਹਿਤ ਬਚਨ ਮੈਂ ਹਵੇ ਬਿਸਮਾਦਾ, ਲਾਲ ਪਿਖਾ ਇਹ ਤੁਮੇ ਪ੍ਰਸਾਦਾ। ਕਹਿੰਦਾ ਜੀ ਇੱਕ ਤੇ ਗੱਲ ਇਹ ਵੀ ਤੁਸੀਂ ਤਿਆਗੀ ਬਹੁਤ ਵੱਡੇ ਹੋ, ਦੂਜੀ ਗੱਲ ਵੱਡੀ ਏ ਵੀ ਆ ਐਡਾ ਮਹਿੰਗਾ ਕੀਮਤੀ ਲਾਲ ਮੈਂ ਤੁਹਾਡੇ ਕੋਲ ਵੇਖਿਆ। ਕਿਸੇ ਬੰਦੇ ਨੇ ਨਾ ਸਸਤੀ ਜੀ ਮੁੰਦਰੀ ਪਾਈ ਹੋਵੇ, ਸੋਨਾ ਕਿਹੜੀ ਸੁਗਾਤ ਹੈ, ਦੁਨੀਆ ਚੱਕੀ ਫਿਰਦੀ ਹੈ, ਲੋਕਾਂ ਦਾ ਬੈਂਕਾਂ 'ਚ ਰੁਲਦਾ ਪਿਆ। ਪਰ ਕਿਸੇ ਨੇ ਪਾਇਆ ਹੋਵੇ ਨਾ ਉਂਗਲਾਂ ਉਂਗਲਾਂ 'ਚ ਐਂ ਕਰ ਕਰ ਵਿਖਾਉਂਦਾ ਹੈ ਵੀ ਪਾਇਆ, ਕੜਾ ਪਾਇਆ ਹੋ, ਬਾਹਾਂ ਚੜਾ ਚੜਾ ਰੱਖੋ ਵੀ ਪਤਾ ਲੱਗੇ ਸੋਨੇ ਦਾ ਪਾਇਆ, ਦਿਖਾਵਾ ਨਾ ਇੱਕ। ਤੇ ਜੇ ਕਿਸੇ ਭੈਣ ਨੇ ਮਾਫ ਕਰਿਓ ਕੰਨਾਂ 'ਚ ਸੋਨੇ ਦੀਆਂ ਬਾਲੀਆਂ ਪਾਈਆਂ, ਚੁੰਨੀ ਐਂ ਜੇ ਕਰਕੇ ਕੰਨਾਂ 'ਚ ਫਸਾਈ ਵੀ ਪਤਾ ਲੱਗੇ ਇੱਧਰ ਪਾਇਆ ਕੁਛ, ਸਿਰਫ ਦਿਖਾਵਾ। ਕਹਿੰਦਾ ਬਾਬਾ ਜੀ ਮੈਂ ਇੱਕ ਚੀਜ਼ ਵੇਖ ਕੇ ਹੈਰਾਨ ਆ ਵੀ ਐਡਾ ਮਹਿੰਗਾ ਲਾਲ ਤੁਹਾਡੇ ਕੋਲ, ਰੌਲੇ ਕੋਈ ਨਹੀਂ, ਤੁਹਾਡਾ ਸੇਵਕ ਪੱਲੇ ਨਾਲ ਬੰਨੀ ਫਿਰਦਾ ਸੀ, ਪੱਲੇ ਨਾਲ ਆ ਜਿਹੜਾ ਸਰੋਪਾ ਨਾ ਉਹਦੇ ਨਾਲ ਗੰਢ ਮਾਰੀ ਹੋਈ। ਗੰਢ ਕਾਹਦੀ ਮਾਰੀ ਹੁੰਦੀ? ਜਿਵੇਂ 1 ਰੁਪਈਆ ਕਿਸੇ ਨੇ ਬੰਨਿਆ ਹੋਵੇ ਝੋਲੀ ਨਾਲ, ਕਿਸੇ ਬਜ਼ੁਰਗ ਨੇ ਦਵਾਈ ਬੰਨੀ ਹੋਵੇ। ਮੈਂ ਵੇਖ ਕੇ ਹੈਰਾਨ ਵੀ ਦੁਨੀਆ ਵਿੱਚ ਐਡਾ ਮਹਿੰਗਾ ਲਾਲ, ਇੰਨਾ ਕੀਮਤੀ ਹੀਰਾ ਮੈਂ ਕਿਸੇ ਰਾਜੇ ਕੋਲ ਨਹੀਂ ਵੇਖਿਆ। ਜੌਹਰੀ ਆ ਜੀ, ਰਾਜੇ ਮਹਾਰਾਜਿਆਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ, ਕੋਈ ਹੀਰੇ ਲੈ ਗਿਆ, ਕੋਈ ਵੇਚ ਗਿਆ, ਕੋਈ ਖਰੀਦ ਗਿਆ, ਕੋਈ ਦੇ ਗਿਆ। ਕਹਿੰਦਾ ਇੱਕ ਤੇ ਐਡਾ ਮਹਿੰਗਾ ਲਾਲ ਤੁਹਾਡੇ ਕੋਲ ਵੇਖਿਆ ਜਿਹਦਾ ਮੁੱਲ ਹੀ ਦੇਖਣ ਦਾ 100 ਰੁਪਈਆ, ਦੇਖਣ ਦਾ, ਖਰੀਦਣ ਜੋਗਾ ਤੇ ਹੈ ਨਹੀਂ। ਮੈਂ ਭਾਵ ਮੇਰੀ ਪ੍ਰਾਪਰਟੀ ਚਲੀ ਜਾਏਗੀ, ਹਵੇਲੀਆਂ ਚਲੀਆਂ ਜਾਣਗੀਆਂ, ਤਾਂ ਕਿਤੇ ਮੈਂ ਅੰਦਾਜ਼ੇ ਨਾਲ ਇਸ ਲਾਲ ਦਾ ਮੁੱਲ ਲਾ ਸਕਦਾ। ਪਰ ਇਹ ਹੈਰਾਨ ਆ ਵੀ ਉਹ ਲਾਲ ਕੋਈ ਰਾਜਾ ਬਾਦਸ਼ਾਹ ਲੈ ਕੇ ਨਹੀਂ ਆਇਆ, ਇੱਕ ਫਕੀਰ ਚੱਕੀ ਫਿਰਦਾ। ਐਡਾ ਮਹਿੰਗਾ ਲਾਲ, ਹੀਰਾ, ਹੀਰਿਆਂ ਤੋਂ ਵੱਧ, ਰਤਨਾਂ ਤੋਂ ਵੱਧ ਕੀਮਤੀ ਤੁਹਾਡੇ ਜਿਹੇ ਫਕਰਾਂ ਦੇ ਪਾਸ ਹੈ। ਤੋ ਲਾਲਿਓ ਕੇ ਤੁਮ ਲਾਲਾ, ਜਿਨ ਮਿਲਣੇ ਮੈਂ ਭਇਓ ਨਿਹਾਲਾ। ਪਹਿਲਾਂ ਤੇ ਲਾਲ ਤੋਂ ਪ੍ਰਭਾਵਿਤ ਹੋਇਆ ਵੀ ਐਡਾ ਕੀਮਤੀ ਲਾਲ ਜਿੰਨਾ ਫਕੀਰਾਂ ਕੋਲੇ ਹੈ ਕਿ ਉਹ ਆਪ ਵੀ ਲਾਲ ਹਨ।
ਲਾਲ ਜਵੇਹਰ ਰਤਨ, ਇਹ ਕੀਮਤੀ ਚੀਜ਼ਾਂ ਨੇ। ਪਾਣੀ ਨੇ ਵੀ ਲਿਖਿਆ ਰਤਨ ਜਵੇਹਰ ਲਾਲ ਹਰ ਕੰਠ ਤੇ ਨਾ ਜੜੀਆ। ਕਹਿੰਦੀ ਉਹ ਹਿਰਦੇ ਦੇ ਵਿੱਚ ਗਲ ਦੇ ਵਿੱਚ ਕੰਠ ਦੇ ਹਾਰ ਬਣ ਗਏ ਜਿਨ੍ਹਾਂ ਰੱਬ ਦਾ ਨਾਮ ਜਪਿਆ। ਲਾਲ ਸ਼ੁੱਧ ਲਾਲ ਕਿਹੜਾ ਹੈ? ਜੌਹਰੀ 100 ਮਣੀਆਂ ਆਸੇ ਪਾਸੇ ਰੱਖ ਲੈਂਦੇ ਸੀ ਲਾਲ ਦੀ ਪਰਖ ਵਾਸਤੇ। ਜਦੋਂ ਬਿਲਕੁਲ ਚਮਕ ਪੈਂਦੀ ਉਸ ਲਾਲ ਨੇ ਲਾਲ ਸੁਰਖ ਹੋ ਕੇ ਹਰ ਮਣੀ ਵਿੱਚ ਹੀਰੇ ਵਿੱਚ ਚਮਕਣਾ। ਜੇ ਤੇ 98 ਮਣੀਆਂ ਵਿੱਚ ਚਮਕਿਆ ਤੇ 98% ਸ਼ੁੱਧ। ਜੇ 100 ਚ ਚਮਕ ਪੈਗੀ ਤੇ 100% ਵੱਧ ਤੋਂ ਵੱਧ ਲਾਲ ਕੋਈ 5 ਮਣੀਆਂ ਚ ਆਪਣਾ ਪ੍ਰਭਾਵ ਪਾਉਂਦਾ ਸੀ, ਕੋਈ 10 ਤੇ ਉਹਦੇ ਹਿਸਾਬ ਨਾਲ ਮੁੱਲ ਹੁੰਦਾ ਸੀ। ਪਰ ਕਹਿੰਦੇ ਤੇ ਸ਼ੁੱਧ ਲਾਲ ਹੈ, ਇਹ ਤੇ ਕੀਮਤੀ ਲਾਲ ਹੈ। ਉਹ ਲਾਲ ਦੇ ਪਰਥਾਏ ਮੈਂ ਵੇਖਣ ਆਇਆ ਸਾਹਿਬ ਜੀ, ਤੁਸੀਂ ਤੇ ਉਸ ਲਾਲ ਤੋਂ ਵੀ ਵੱਧ ਕੀਮਤੀ ਲਾਲ ਹੋ। ਆਖੋ ਸਤਨਾਮ। ਐਸੇ ਸਾਧੂ ਜਿਨ੍ਹਾਂ ਦੇ ਨੇਤਰਾਂ ਵਿੱਚ ਪ੍ਰੇਮ ਦੀ ਲਾਲੀ, ਜਿਨ੍ਹਾਂ ਦੇ ਚਿਹਰੇ ਤੇ ਨਾਮ ਦੀ ਲਾਲੀ, ਤੇ ਜਿਨ੍ਹਾਂ ਦੇ ਸਾਥੀਆਂ ਦੇ ਕੋਲੇ ਸ਼ਾਂਤੀ ਸਹਿਨਸ਼ੀਲਤਾ ਦੀ ਲਾਲੀ। ਹੁਣ ਭਾਈ ਮਰਦਾਨੇ ਦੀ ਸ਼ਾਂਤੀ ਕਿੱਡੀ ਵੱਡੀ ਸਹਿਨਸ਼ੀਲਤਾ। 7 ਗੇੜੇ ਹੁਣ ਲਾ ਤੇ 4 ਪਹਿਲਾਂ। ਆਪਾਂ ਨੂੰ ਕੋਈ ਕਹਿ ਦੇ ਇੱਕ ਵਾਰ ਮੈਡੀਕਲ ਤੋਂ ਦਵਾਈ ਲਾਈ ਇਹ ਗਲਤ ਆ ਜੀ ਨਾ, ਦੂਜੀ ਵਾਰ ਜਾਂਦੇ ਆ ਮੌਤ ਪੈਂਦੀ ਜਾਂ ਆਪੀ ਲਿਆਓ, ਤੇਰਾ ਸਿਆਪਾ ਮੈਥੋਂ ਨਹੀਂ ਹੁੰਦਾ, ਆਪੀ ਲਿਆਇਆ ਕਰ। ਪਰ ਧੰਨ ਸੀ ਉਹ ਸਿੱਖ, ਅੰਤਾਂ ਦੀ ਭੁੱਖ ਲੱਗੀ ਤੁਰਿਆ ਨਹੀਂ ਜਾਂਦਾ, ਮਾੜਾ ਨਹੀਂ ਕਿਹਾ। ਚਲੋ ਗੁਰੂ ਸਾਹਿਬ ਨਾਲ ਪਿਆਰ ਆ, ਉਹ ਚੋਜ ਵਰਤ ਰਹੇ ਆ। ਜੇ ਮਾੜਾ ਮੋਟਾ ਕਹਿੰਦਾ ਬਾਬਾ ਤੇਰੇ ਨਾਲ ਨਹੀਂ ਆਉਣਾ, ਕਹਿੰਦਾ ਜੀ ਮੈਂ ਤੇ ਲਾਲ ਵੇਖ ਕੇ ਧੰਨ ਹੋ ਗਿਆ, ਮੈਨੂੰ ਵੀ ਲਾਲ ਬਣਾ ਦਿਓ। ਮੁਝ ਸਮਝਾਏ ਸੁਨਾਵੋ ਬਾਣੀ, हे ਕਿਰਪਾਲ ਤੁਮ ਸਭ ਗੁਣ ਖਾਨੀ। हे ਕਿਰਪਾਲੂ ਫਕੀਰ ਰੱਬ ਦੇ ਪਿਆਰਿਓ, ਕਿਰਪਾ ਕਰੋ ਮੈਨੂੰ ਵੀ ਕੋਈ ਰੱਬ ਦੀ ਗੱਲ ਸੁਣਾ ਦਿਓ। ਕੌਣ ਕਹਿੰਦਾ ਹੈ? ਸਾਲਸਰਾਏ ਜੌਹਰੀ। ਮਤਲਬ ਧਰਮੀ ਬੰਦਾ ਹੈ, ਜ਼ਰੂਰੀ ਥੋੜਾ ਵੀ ਹਰ ਮਾਇਆ ਧਾਰੀ ਧਰਮੀ ਹੋਊਗਾ। ਦਿਖਾਵਾ ਤੇ ਸਾਰੇ ਕਰਦੇ ਹੁੰਦੇ ਆ, ਹਰੇਕ ਬੰਦਾ ਧਰਮ ਵਾਲੇ ਪਾਸੇ ਭੱਜਿਆ ਫਿਰਦਾ, ਚਾਹੇ ਉਹ ਪਾਪੀ ਆ ਚਾਹੇ ਪੁੰਨੀ ਹੈ। ਧਾਰਮਿਕ ਲੋਕਾਂ ਨਾਲੋਂ ਵੱਧ ਨਾ ਰਾਜਨੀਤਿਕ ਲੋਕਾਂ ਦੇ ਧਰਮੀ ਲੋਕਾਂ ਨਾਲ ਸੰਬੰਧ ਹੁੰਦੇ ਆ। ਇਹਦਾ ਮਤਲਬ ਫਿਰ ਉਹ ਭਗਤ ਹੋ ਗਏ? ਨਹੀਂ। ਚੋਰਾਂ ਦੀ ਵੀ ਪੁਲਿਸ ਨਾਲ ਯਾਰੀ ਹੁੰਦੀ ਹੈ। ਸਾਧ ਵੀ ਅੱਜ ਕੱਲ ਇਹੋ ਜਿਹੇ ਨੇ ਜਿਹੋ ਜਿਹੇ ਰਾਜਨੀਤਿਕ ਲੋਕ ਨੇ। ਉਹ ਵਿਰਲੇ ਸਾਧੂ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਦੱਸ ਰਹੇ ਆ। ਇੱਥੇ ਭਾਈ ਬਾਲਾ ਜੀ ਕਹਿੰਦਾ ਜੀ ਮੈਨੂੰ ਹੁਣ ਆਪਣਾ ਉਪਦੇਸ਼ ਦੇ ਦਿਓ, ਕੋਈ ਗਿਆਨ ਸੁਣਾ ਦਿਓ, ਮੈਂ ਸੁਣ ਲਵਾਂ। ਉਹਨੇ ਨਾਂ ਨਹੀਂ ਪੁੱਛਿਆ ਵੀ ਤੁਸੀਂ ਕੌਣ ਹੋ। ਉਹ ਬਚਨਾਂ 'ਚ ਪਰਖਣਾ ਚਾਹੁੰਦਾ ਹੈ ਵੀ ਕੀਮਤੀ ਲਾਲ ਇਹਨਾਂ ਕੋਲੇ ਹੈ, ਸੁਭਾਅ ਇਹਨਾਂ ਦੇ ਬਹੁਤ ਚੰਗੇ ਆ, ਮੈਂ ਗਲਤੀ ਕਰਕੇ ਵੇਖਾਂ ਵੀ ਕਿਤੇ ਇਹ ਤਾਂ ਨਹੀਂ ਬਾਹਰੋਂ ਦਿਖਾਵਾ ਧਰਮ ਦਾ ਤੇ ਅੰਦਰੋਂ ਮਾਇਆ ਮਾਇਆ ਕਰਦੇ। ਹੁਣ ਮੈਨੂੰ ਕਹਿਣ ਸੇਵਕਾ ਅੱਜ ਤੇਰੇ ਘਰ ਰਹਿਣਾ, ਕਿਉਂਕਿ ਸੇਵਕ ਕੋਲ ਤੇ ਬਹੁਤ ਕੁਛ ਹੈ, ਹਵੇਲੀਆਂ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਹਿੰਦਾ ਜੀ ਕੋਈ ਬਚਨ ਸੁਣਾ ਦਿਓ, ਪਿਆਰ ਦਾ ਬਚਨ ਰੱਬ ਦਾ ਮੈਂ ਸੁਣਨਾ ਚਾਹੁੰਦਾ ਹਾਂ। ਤੋਨੇ ਹੇਤ ਸ਼ਬਦ ਦਿਸ਼ਾ, ਬੋਲੇ ਸ਼ਬਦ ਤਬੈ ਜਗਤੀਸ਼ਾ। ਗੁਰੂ ਨਾਨਕ ਸਾਹਿਬ ਮਹਾਰਾਜ ਸਾਲਸਰਾਏ ਜੌਹਰੀ ਨੂੰ ਉਪਦੇਸ਼ ਦੇਣ ਵਾਸਤੇ ਅੰਮ੍ਰਿਤ ਬਚਨ ਆਖਣ ਲੱਗੇ ਨੇ। ਧਿਆਨ ਰੱਖਿਓ, ਇਹ ਸ਼ਬਦ ਗੁਰਬਾਣੀ ਵਿੱਚ ਦਰਜ ਨਹੀਂ। ਪਹਿਲਾ ਬੇਨਤੀ ਕਰਦੇ ਆ, ਬੜੀ ਬਾਣੀ ਐਸੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਜੋ ਧੁਰਕੀ ਬਾਣੀ ਵਿੱਚ ਨਹੀਂ ਹੈ, ਵਧੀਕ ਸ਼ਬਦ ਨੇ। ਸਤਿਗੁਰਾਂ ਨੇ ਸਾਲਸਰਾਏ ਜੌਹਰੀ ਦੇ ਤਾਈ ਉਪਦੇਸ਼ ਦਿੱਤਾ ਏ। ਬਿਲਾਵਲ ਮਹੱਲਾ ਪਹਿਲਾ, ਲਾਲੋ ਲਾਲੋ ਪਾਇਆ। ਰਾਗ ਬਿਲਾਵਲ ਵਿੱਚ ਸਤਿਗੁਰ ਕਿਰਪਾ ਕਰਦੇ ਨੇ। ਬਿਲਾਵਲ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਦੇ ਬਚਨ ਲਾਲੋ ਲਾਲ ਉਪਾਇਆ। ਲਾਲ ਪਰਮੇਸ਼ਰ ਦਾ ਨਾਮ, ਲਾਲੋ ਕਿਹਨਾਂ ਨੇ? ਜਿਸ ਜਿਸਮ ਦੇ ਵਿੱਚ ਨਾਮ ਚੱਲਿਆ ਮਨ ਦੇ ਵਿੱਚ, ਮਨ ਦੇ ਰਾਮ ਲਿਆ ਹੈ ਮੋਲ। ਜਿਨ੍ਹਾਂ ਨੇ ਰੱਬ ਦਾ ਨਾਮ ਮੁੱਲ ਖਰੀਦ ਲਿਆ ਉਹਨਾਂ ਦੇ ਜੀਵਨ ਵਿੱਚ ਲਾਲੀ ਨਾਮ ਦੀ ਆ ਗਈ। ਤੇ ਹੁਣ ਲਾਲ ਜਿਸ ਭਾਂਡੇ ਵਿੱਚ ਰੱਖੋਗੇ ਉਹ ਲਾਲ ਰੰਗ ਦਾ ਹੈ, ਉਹਨੇ ਹਰ ਚੀਜ਼ ਲਾਲ ਕਰ ਦੇਣੀ ਹੈ। ਹਰੇ ਰੰਗ ਦਾ ਹੀਰਾ ਰੱਖੋਗੇ ਮੂੰਗਾ, ਉਹਦਾ ਪ੍ਰਭਾਵ ਸ਼ੀਸ਼ੇ 'ਚ ਹਰਾ ਪੈਣਾ ਹੈ। ਸਤਿਗੁਰ ਕਹਿੰਦੇ ਲਾਲੋ ਲਾਲ ਉਪਾਇਆ। ਭਾਈ ਜਿਨ੍ਹਾਂ ਨੇ ਲਾਲ ਪਰਮੇਸ਼ਰ ਦੇ ਨਾਮ ਨੂੰ ਅੰਦਰ ਪ੍ਰਗਟ ਕੀਤਾ ਏ। ਲਾਲੋ ਲਾਲ ਦਿਸਨ, ਲਾਲੋ ਲਾਲ ਦੇ ਸਨ। ਮਰਦ ਕਹਿੰਦੇ ਉਹ ਲਾਲ ਹੀ ਦਿਸਦੇ ਆ। ਲਾਲ ਰੰਗ ਬੜਾ ਪਿਆਰਾ ਹੈ, ਅਟਰੈਕਟਿਵ ਹੈ। ਹਰ ਬੰਦਾ ਲਾਲ ਰੰਗ ਨੂੰ ਪਸੰਦ ਕਰਦਾ, ਹਰ ਚੀਜ਼ ਲਾਲ ਰੰਗ ਤੋਂ ਪ੍ਰਭਾਵਿਤ ਹੈ। ਇੱਥੋਂ ਤੱਕ ਮਨੁੱਖ ਦੀਆਂ ਨਸਾਂ ਵਿੱਚ ਚੱਲਣ ਵਾਲਾ ਖੂਨ ਵੀ ਤੇ ਲਾਲ ਹੈ। ਹਰ ਚੀਜ਼ ਲਾਲ ਹੈ।
ਪਰ ਲਾਲ ਦਾ ਭਾਵ ਕੀ ਹੈ? ਲਾਲ ਉਸ ਪਿਆਰੇ ਦਾ ਨਾਮ ਜਿਹਨੇ ਸਾਰੀ ਦੁਨੀਆ ਨੂੰ ਆਪਣੇ ਲਾਲ ਕਹੀਏ ਪ੍ਰੇਮ ਚ ਭਿੱਜਿਆ ਹੋਇਆ, ਭੰਨਿਆ ਹੋਇਆ, ਬਣਾਇਆ ਹੋਇਆ। ਹਰ ਬੰਦਾ ਉਹਦਾ ਲਾਲ ਚੋਲਾ ਪਹਿਨੀ ਫਿਰਦਾ। ਹਰੇਕ ਅੰਦਰ ਪ੍ਰੇਮ ਹੈ, ਹਰੇਕ ਅੰਦਰ ਸੁਰਤ ਇਕਾਗਰ ਹੈ। ਮਰਦ ਕਹਿੰਦੇ ਭਾਈ ਜਿਹਦੇ ਅੰਦਰ ਪ੍ਰੇਮ ਜਾਗਿਆ ਨਾ ਉਹਨੂੰ ਸਾਰੇ ਲਾਲ ਹੀ ਦਿਸਦੇ ਆ। ਲਾਲ ਤੋਂ ਭਾਵ ਰੱਬ ਦੇ ਪਿਆਰੇ ਹੀ ਦਿਸਦੇ ਆ। ਕੋਈ ਬੁਰਾ ਕੋਈ ਵੈਰੀ ਲੱਗਦਾ ਹੀ ਨਹੀਂ। ਜਿੰਨਾ ਲਾਲੀ ਨੇਤਰ ਮਹਿ, ਜਿੰਨਾ ਲਾਲੀ ਨੇਤਰ ਮੈਂ ਹੈ, ਜਿਨ੍ਹਾਂ ਨੇ ਅੱਖਾਂ ਦੇ ਵਿੱਚੋਂ ਲਾਲੀ ਪਾ ਲਈ, ਰੰਗ ਪਾ ਲਿਆ। ਰੰਗ ਲਾਗਤ 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 ਹੈ। ਜਿਵੇਂ ਕੇਸੂ ਦੇ ਫੁੱਲਾਂ ਦਾ ਰੰਗ ਲਾਲ ਹੈ, ਫਲਾਈ ਦੇ ਫੁੱਲਾਂ ਦਾ ਰੰਗ ਲਾਲ ਹੈ, ਧੱਕ ਤੇ ਫਲਾਹ ਦੇ ਫੁੱਲਾਂ ਦਾ ਰੰਗ ਲਾਲ ਹੈ। ਸਤਿਗੁਰ ਕਹਿੰਦੇ ਫਿਰ ਅੱਖਾਂ ਵਿੱਚੋਂ ਲਾਲੀ ਦਿਸਦੀ ਹੈ। ਲਾਲੀ ਤੋਂ ਭਾਵ ਸਾਰੇ ਪਿਆਰੇ ਹੈ। ਲਾਲ ਰੰਗ ਪ੍ਰੇਮ ਦੀ ਨਿਸ਼ਾਨੀ ਹੈ। ਸੁਭਾਵਿਕ ਤੌਰ ਤੇ ਵੀ ਅੱਜ ਵੀ ਪ੍ਰੇਮ ਦੇ ਰਿਸ਼ਤਿਆਂ ਦੇ ਵਿੱਚ ਲਾਲ ਗੁਲਾਬ ਦਿੱਤੇ ਜਾਂਦੇ। ਲਾਲ ਗੁਲਾਬ ਤੇ ਜਦ ਕੋਈ ਰਿਸ਼ਤਾ ਜੁੜਦਾ ਗੁਲਾਬ ਦਾ ਫੁੱਲ ਲਾਲ ਹੈ, ਸੁਰਖ ਹੈ, ਭਾਵੇਂ ਪ੍ਰੇਮ ਹੈ। ਮਰਦ ਕਹਿੰਦੇ ਅੱਖਾਂ ਦੇ ਵਿੱਚ ਲਾਲ ਲਾਲੀ ਦਿਸੀ, ਜਿਹਨੂੰ ਵੇਖੋ ਤੂੰ ਵੀ ਮੇਰਾ, ਤੂੰ ਵੀ ਮੇਰਾ, ਕੋਈ ਬੁਰਾ ਹੀ ਨਹੀਂ ਲੱਗਦਾ, ਕੋਈ ਬੇਗਾਨਾ ਦਿਸਦਾ ਨਹੀਂ। ਨਾ ਜਾਣਨ, ਦੂਜਾ ਨਾ ਜਾਣਨ। ਜਿਨ੍ਹਾਂ ਨੇ ਲਾਲ ਪਰਮੇਸ਼ਰ ਨੂੰ ਵੇਖਿਆ ਉਹ ਇੱਕ ਨੂੰ ਹੀ ਵੇਖਦੇ ਸਾਰਾ ਕਿਤੇ, ਉਹਨਾਂ ਨੂੰ ਦੂਜਾ ਨਜ਼ਰ ਹੀ ਨਹੀਂ ਆਉਂਦਾ ਕੋਈ। ਦੂਜਾ ਕਾਹੇ ਸਿਮਰੀਐ ਜੰਮੈ ਤੇ ਮਰ ਜਾਏ। ਉਹ ਯਾਦ ਹੀ ਨਹੀਂ ਕਰਦੇ ਦੂਜੇ ਨੂੰ। ਕਹਿੰਦੇ ਦੂਜਾ ਤੇ ਜੰਮਦਾ ਮਰਦਾ ਏ। ਇੱਕ ਰੱਬ ਅਕਾਲ ਪੁਰਖ ਪ੍ਰਮਾਤਮਾ ਨਾ ਜੰਮਦਾ ਤੇ ਨਾ ਮਰਦਾ। ਕਹਿੰਦੇ ਜਿਨ੍ਹਾਂ ਦੀ ਅੱਖਾਂ ਵਿੱਚ ਲਾਲੀ ਆ ਗਈ ਉਹਨਾਂ ਨੂੰ ਸਾਰੇ ਲਾਲ ਦਿਸਦੇ, ਮਤਲਬ ਪਿਆਰੇ ਦਿਸਦੇ, ਰੱਬ ਦੇ ਸੱਜਣ ਦਿਸਦੇ, ਉਹਦੀ ਬਣਾਈ ਕੁਦਰਤ ਦਿਸਦੀ ਹੈ। ਇੱਥੇ ਤੇ ਅੱਖਾਂ ਲਾਲ ਕਿਸੇ ਦੀ ਹੋਣਾ, ਅਗਲਾ ਕਹਿੰਦਾ ਪਰਾਂ ਰਹਿ ਯਾਰ, ਗੁੱਸੇ ਚ ਜਾਂ ਬੀਬੀ ਵਧਿਆ ਹੋਣਾ। ਪਰ ਜਿਨ੍ਹਾਂ ਦੇ ਨੇਤਰਾਂ ਵਿੱਚ ਪ੍ਰੇਮ ਦੀ ਲਾਲੀ ਹੈ, ਨੇਤਰ ਨੀਵੇਂ ਰਹਿੰਦੇ ਹਨ। ਸੁਣ ਸਾਲਸ ਤੂੰ ਜਵਾਹਰੀ। ਸਤਿਗੁਰ ਕਹਿੰਦੇ ਸੁਣ ਸਾਲਸ, ਸਾਲਸ ਨਾਮ ਹੈ ਨਾਮ ਉਹਦਾ, ਤੂੰ ਜਵਾਹਰੀ। ਮਰਦ ਕਹਿੰਦੇ ਤੂੰ ਜਵਾਰੀ, ਜਵਾਰਾਂ ਨੂੰ ਪਰਖਣ ਵਾਲਾ ਜੌਹਰੀ ਹੈ। ਜੌਹਰੀ ਸ਼ਬਦ ਕਿੱਥੋਂ ਬਣਿਆ? ਜਵਾਹਰ ਸ਼ਬਦ ਤੋਂ ਜੌਹਰੀ ਬਣਿਆ। ਜੌਹਰੀ ਉਹ ਜਿਹੜਾ ਜਵਾਰ ਤੇ ਆਪਣੀ ਕਲਾ ਵਿਖਾਵੇ, ਹੀਰਿਆਂ ਨੂੰ ਪਰਖੇ, ਮੋਤੀਆਂ ਨੂੰ ਪਰਖੇ, ਪੰਨਿਆਂ ਨੂੰ ਪਰਖੇ, ਲਸਣਾ ਨੂੰ ਪਰਖੇ, ਉਹਨੂੰ ਜੌਹਰੀ ਕਹਿੰਦੇ ਆ। ਮਰਦ ਕਹਿੰਦੇ ਸੁਣ ਧਿਆਨ ਦੇ ਕੇ, ਸਾਨੂੰ ਤੂੰ ਪਰਖਣੇ ਆਇਆ ਏ। ਆਪਣਾ ਲਾਲ ਪਛਾਣ। ਸਾਹਿਬ ਕਹਿੰਦੇ ਆਪਣਾ ਲਾਲ ਪਛਾਣ। ਆਪਣਾ ਲਾਲ ਕੀ? ਆਪਣਾ ਮਨ, ਉਹਨੂੰ ਪਛਾਣ। ਓਏ ਦੁਨੀਆ ਨੂੰ ਪਛਾਣਨ ਵਾਲਿਆ ਕਦੇ ਆਪਣੇ ਆਪ ਨੂੰ ਪਛਾਣਿਆ? ਦੁਨੀਆ ਦੇ ਔਗਣ ਵੇਖਣ ਵਾਲਿਆ ਕਦੇ ਆਪਣੇ ਔਗਣ ਵੇਖੇ ਆ? ਗੁਰੂ ਸਾਹਿਬ ਕਹਿੰਦੇ ਉਹ ਜੌਹਰੀਆ ਲੋਕਾਂ ਦੇ ਹੀਰੇ ਪਛਾਣਦਾ ਰਿਹਾ, ਕਦੇ ਆਪਣਾ ਹਿਰਦਾ, ਆਪਣੀ ਜ਼ਿੰਦਗੀ ਦਾ ਹੀਰਾ ਤੇ ਪਛਾਣ ਲੈ। ਇਹ ਕਿਹੋ ਜਿਹਾ ਹੀਰੇ ਜੈਸਾ ਜਨਮ ਹੈ ਕੌਡੀ ਬਦਲਿਆ ਜਾਏ। ਇਹਨੂੰ ਤੇ ਪਰਖਿਆ ਹੀ ਨਹੀਂ ਕਦੇ, ਇਹਦੀ ਤੇ ਪਰਖ ਨਾ ਕੀਤੀ। ਅੱਜ ਮੈਡੀਕਲ ਸਾਇੰਸ ਨੂੰ ਪੁੱਛ ਕੇ ਵੇਖੋ, ਲੀਵਰ ਕਿੰਨੇ ਦਾ, ਕਿਡਨੀ ਕਿੰਨੇ ਦੀ ਹੈ, ਆਰਗਨ ਕਿੰਨੇ ਦੇ, ਬ੍ਰੇਨ ਕਿੰਨੇ ਦਾ, ਕਿਹੜੀ ਚੀਜ਼ ਕਿੰਨੇ ਦੀ ਹੈ। ਅਰਬਾਂ ਖਰਬਾਂ ਡਾਲਰ ਦੇ ਕੇ ਵੀ ਇਹੋ ਜਿਹੀ ਮਨੁੱਖਾ ਦੇਹੀ ਨਹੀਂ ਮਿਲਦੀ। ਸਤਿਗੁਰ ਕਹਿੰਦੇ ਤੂੰ ਆਪਣਾ ਲਾਲ ਪਛਾਣ, ਦੂਜਿਆਂ ਦੀ ਪਰਖ ਛੱਡ ਦੇ। ਕੂੜੇ ਲਾਲ ਨਾ ਗੰਢ ਬੰਨ। ਪਿਆਰਿਆ ਕੂੜੇ ਲਾਲ ਨਾ ਗੰਢ ਬੰਨ। ਆ ਝੂਠੇ ਲਾਲ ਹੀਰੇ ਪੱਥਰ, ਕਿਉਂਕਿ ਹਰ ਹੀਰਾ ਪੱਥਰ ਹੈ। ਰਿਸਰਚ ਕਰਕੇ ਵੇਖ ਲਓ, ਖੋਜ ਕਰ ਲਓ, ਕਿੱਥੋਂ ਨਿਕਲਦਾ, ਐਕਸਪਲੋਰ ਕਰਕੇ ਪਤਾ ਲੱਗਦਾ ਹੀਰਾ ਖਾਨ ਚੋਂ ਨਿਕਲਦਾ ਹੈ, ਪੱਥਰ ਦੇ ਵਿੱਚੋਂ ਪੈਦਾ ਹੁੰਦਾ ਹੀਰਾ। ਇੱਕ ਉਹ ਹੀਰਾ ਜੋ ਕਾਰਬਨ ਡਾਈਆਕਸਾਈਡ ਕਰਕੇ ਨਾਈਟ੍ਰੋਜਨ ਦੇ ਪ੍ਰਭਾਵ ਵਿੱਚ ਆਇਆ, ਇੱਕ ਡਾਇਮੰਡ ਦੀ ਸ਼ੇਪ ਚ ਆ ਗਿਆ। ਹਜ਼ਾਰਾਂ ਸਾਲਾਂ ਤੋਂ ਧਰਤੀ ਥੱਲੇ ਦਬਿਆ ਪੱਥਰ ਹੈ, ਖਾਸ ਪੱਥਰ ਹੈ ਤੇ ਹੀਰਾ ਹੀ ਹੈ, ਪਰ ਹੀਰਾ ਪੱਥਰ ਹੈ। ਮਰਦ ਕਹਿੰਦੇ ਕੀ ਪੱਲੇ ਨਾਲ ਪੱਥਰ ਬੰਨੀ ਫਿਰਦਾ ਹੈ? ਕੋਈ ਸਿਆਣਾ ਬੰਦਾ ਆਖੂ ਇੱਕ ਬੰਦਾ ਇੱਟਾਂ ਪੱਥਰ ਝੋਲੇ 'ਚ ਪਾਈ ਫਿਰੇ, ਕੀ ਕਹਾਂਗੇ? ਕਹਿੰਦੇ ਚੱਲੇ ਭਾਰ ਇਕੱਠਾ ਕਰੀ ਫਿਰਦਾ, ਇਹ ਕੀ ਕੰਮ ਆਉਣੀਆਂ ਨੇ? ਮਰਦ ਕਹਿੰਦੇ ਆ ਹੀਰੇ ਪੱਥਰ ਇਕੱਠੇ ਕਰੇ ਹੋਏ ਨੇ, ਆਪਣੇ ਪੱਲੇ ਨਾਲ ਬੰਨੀ ਫਿਰਦਾ ਏ। ਲੀਜੇ ਭਲੇ ਸਿਆਣ। ਚੰਗਾ ਤੂੰ ਤਾਂ ਹੋਏਗਾ ਲੀਜੈ ਭਲੇ ਸਿਆਣ। ਕਹਿੰਦੇ ਇਹ ਪਛਾਣ ਵੀ ਤੇਰੇ ਕੋਲ ਕੀ ਹੈ, ਕੀ ਹੈ ਤੇਰੇ ਕੋਲ? ਗੁਣਾ ਗਵਾਈ ਗੰਠੜੀ, ਅਵਗੁਣ ਚੱਲੀ ਬੰਨ। ਮਰਦ ਕਹਿੰਦੇ ਸ਼ੁਭ ਗੁਣਾਂ ਨੂੰ ਛੱਡ ਕੇ ਔਗੁਣਾਂ ਦੀ ਗਠੜੀ ਬੰਨੀ ਫਿਰਦਾ। ਪਛਾਣ ਤੇ ਸਹੀ। ਅਸੀਂ ਲੋਕਾਂ ਦੇ ਨਿੰਦਿਆ ਦੇ ਪੁਲ ਬੰਨੇ, ਉਹ ਆਹ ਕਰਦਾ, ਉਹ ਆਹ ਕਰਦਾ, ਆਪ ਵੇਖਿਆ ਸੀ ਕੀ ਕਰਦੇ? ਅਸੀਂ ਕਿੱਥੇ ਖੜੇ ਆ? ਸਾਡੀ ਸੋਚ ਕਿੰਨੀ ਕੁ ਧਾਰਮਿਕ ਹੈ? ਸਾਡੇ ਜੀਵਨ ਵਿੱਚ ਧਰਮ ਕਿੱਥੇ ਖੜਿਆ? ਨਹੀਂ ਪਤਾ।
ਮਰਦ ਕਹਿੰਦੇ ਆਪਣੇ ਗੁਣਾਂ ਵੱਲ ਵੇਖ, ਗੁਨਾਹਾਂ ਵੱਲ ਵੇਖ, ਔਗਣਾਂ ਦੇ ਭਰੇ ਹੋਏ ਆ। ਉਹ ਫਕੀਰਾਂ ਨੇ ਵੇਖਿਆ, ਭਗਤਾਂ ਨੇ ਵੇਖਿਆ, ਕਬੀ ਕਾਲੇ ਮੈਂਡੇ ਕੱਪੜੇ, ਕਾਲਾ ਮੈਂਡਾ ਵੇਸ, ਗੁਣ ਹੀ ਭਰਿਆ ਮੈਂ ਫਿਰਾਂ, ਲੋਕ ਕਹਿਣ ਦਰਵੇਸ਼। ਕਹਿੰਦੇ ਮੈਂ ਗੁਨਾਹਾਂ ਦਾ ਭਰਿਆ, ਮੈਨੂੰ ਲੋਕੀ ਦਰਵੇਸ਼ ਸਾਧੂ ਕਹਿੰਦੇ ਆ, ਮੇਰੇ ਕੱਪੜੇ ਵੀ ਕਾਲੇ, ਮੇਰਾ ਚਿੱਤ ਵੀ ਕਾਲਾ, ਲੋਕੀ ਕਹਿੰਦੇ ਸਾਧੂ ਵਾਲਾ ਹੈ, ਫਕੀਰ ਵੱਡਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਆ, ਲਾਲ ਪੱਥਰ ਪੱਲੇ ਬੰਨੀ ਫਿਰਦਾ ਏ, ਸਿਆਣ ਕੇ ਤੇ ਵੇਖ ਤੇਰੀ ਝੋਲੀ ਵਿੱਚ, ਪੱਥਰਾਂ ਤੋਂ ਸਿਵਾ ਕੁਝ ਹੋਰ ਨਹੀਂ। ਕੰਕਰ ਪੱਥਰ ਮੇਲ ਕੇ, ਅੱਗੇ ਬਚਨ ਖੋਲਿਆ ਸਤਿਗੁਰਾਂ ਨੇ, ਕੰਕਰ ਪੱਥਰ ਮੇਲ ਕੇ। ਕੰਕਰ ਪੱਥਰ ਟੁਕੜੇ, ਕੰਕਰ ਨਾਮ ਹੈ ਟੁਕੜੇ ਦਾ, ਪੱਥਰ ਹੀਰਾ। ਕਹਿੰਦੇ ਇਹਨਾਂ ਨੂੰ ਮੇਲ ਕੇ ਜੋੜ ਕੇ ਕੀ ਬਣਾਇਆ? ਅੱਗੇ ਬਚਨ ਚ ਖੋਲ ਦੇਣਗੇ। ਹੀਰਾ ਮਿਲਿਆ ਕਿੱਥੋਂ? ਖਾਨਾਂ ਚੋਂ, ਨਦੀਆਂ ਚੋਂ, ਸਮੁੰਦਰਾਂ ਚੋਂ, ਦਰਿਆਵਾਂ ਚੋਂ, ਗੁਫਾਵਾਂ ਚੋਂ ਮਿਲਿਆ ਤੇ ਧਰਤੀ ਚੋਂ ਹੀ ਹੈ। ਜਾਜ ਸੈਟਨ ਵਰਗੇ ਗ੍ਰਹਿ ਨੇ ਜਿਨ੍ਹਾਂ ਤੇ ਹੀਰਿਆਂ ਦੀ ਬਰਸਾਤ ਹੁੰਦੀ ਹੈ। ਮੈਂ ਕਹਿੰਦਾ ਕਿਤੇ ਸਾਡੇ ਪੰਜਾਬੀਆਂ ਦਾ ਗੇੜਾ ਲੱਗ ਜੇ ਨਾ ਉਹਨਾਂ ਗ੍ਰਹਿਾਂ ਤੇ, ਭਾਵੇਂ ਮੌਤ ਆ ਜੇ ਹੀਰੇ ਜ਼ਰੂਰ ਲਿਆਉਣਗੇ। ਅੱਜ ਸਾਡੇ ਸੌਰ ਮੰਡਲ ਵਿੱਚ ਏਦਾਂ ਦੇ ਗ੍ਰਹਿ ਨੇ ਜਿੱਥੇ ਹਰ ਵੇਲੇ ਹੀਰੇ ਦੀ ਬਾਰਿਸ਼ ਹੋ ਰਹੀ ਹੈ। ਪੜੋ ਪਤਾ ਲੱਗੂਗਾ। ਅਸੀਂ ਤਾਂ ਮੀਂਹ ਤੋਂ ਖੁਸ਼ ਹੋਏ ਫਿਰਦੇ, ਓਲੇ ਪੈ ਗਏ, ਬਰਫ਼ ਪੈ ਗਈ। ਸੈਂਕੜੇ ਐਸੇ ਗ੍ਰਹਿ ਨੇ ਜਿਨ੍ਹਾਂ ਉੱਤੇ ਹਰ ਵੇਲੇ ਹੀਰਿਆਂ ਦੀ ਵਰਖਾ, ਕਿਸੇ ਗ੍ਰਹਿ ਤੇ ਤਾਂਬੇ ਦੀ ਬਰਸਾਤ, ਕਿਸੇ ਗ੍ਰਹਿ ਤੇ ਕੱਚ ਦੀ ਬਰਸਾਤ, ਕਿਤੇ ਬਰਫਾਂ ਜੰਮੀਆਂ, ਕਿਤੇ ਵੱਡੇ ਵੱਡੇ ਸਮੁੰਦਰ ਨੇ। ਅੱਜ ਸਾਰਾ ਸਾਡੇ ਸਾਹਮਣੇ ਆ ਗਿਆ। ਪਰ ਗੁਰੂ ਸਾਹਿਬ ਕਹਿੰਦੇ ਆ ਪੱਥਰ ਇਕੱਠੇ ਕਰਕੇ ਕੀ ਸਦਾਈ ਫਿਰਦਾ? ਕੰਕਰ ਪੱਲੇ ਪਾ ਲੇ, ਝੋਲੀ ਪਾ ਲੇ। ਤੁਸੀਂ ਝੋਲੇ ਪਾ ਕੇ ਪੱਥਰ ਤੁਰੇ ਫਿਰੋ, ਬੱਸ ਚੜ ਜਾਓ, ਟ੍ਰੇਨ ਚੜ ਜਾਓ। ਲੋਕੀ ਕਹਿੰਦੇ ਝੱਲਾ ਬੰਦਾ ਯਾਰ, ਭਾਰ ਚੱਕਿਆ ਪੱਥਰਾਂ ਦਾ। ਇਹ ਕੀ ਹੈ? ਇਹਦੇ ਕੰਮ ਹੀ ਨਹੀਂ ਆਉਣੇ ਕਿਤੇ। ਗੁਰੂ ਸਾਹਿਬ ਕਹਿੰਦੇ ਕੀ ਹੋਇਆ ਜੇ ਤੂੰ ਦੁਨਿਆਵੀ ਹੀਰੇ ਮੋਤੀ ਇਕੱਠੇ ਕਰੀ ਫਿਰਦਾ? ਇਹ ਤੇ ਇੱਕ ਫਕੀਰ ਲਈ, ਇੱਕ ਮਨੁੱਖ ਲਈ ਸਿਰਫ ਤੇ ਸਿਰਫ ਪੱਥਰ ਹਨ। ਨਾਉ ਸਦਾਇਓ ਸ਼ਾਹ, ਨਾਮ ਰਖਾ ਲਿਆ ਸ਼ਾਹੂਕਾਰ। ਸ਼ਾਹ ਕਿਹਨੂੰ ਕਹਿੰਦੇ? ਜੌਹਰੀ ਨੂੰ। ਕਹਿੰਦੇ ਆ ਪੱਥਰ ਹੀਰੇ ਇਕੱਠੇ ਕਰਕੇ ਨਾਮ ਸ਼ਾਹੂਕਾਰ ਕਹਾ ਲਿਆ। ਕੌਟੀਆਂ ਕਾਗਜ਼ ਇਕੱਠੇ ਕਰਕੇ ਤੂੰ ਅਮੀਰ ਬਣ ਗਿਆ। ਕਹਿੰਦੇ ਰੱਬ ਦੀ ਕਚਹਿਰੀ ਵਿੱਚ ਤੇ ਮੰਗਤਈਆਂ। ਖਾਲੀ ਆਇਆ ਸੀ, ਖਾਲੀ ਜਾਏਗਾ। ਕਿੱਡਾ ਮਰਜ਼ੀ ਬੰਦਾ ਅਰਬਾਂ ਖਰਬਾਂ ਪਤੀ ਹੋ ਜੇ, ਬਿਲੀਅਨ ਟ੍ਰਿਲੀਅਨ ਚ ਪ੍ਰਾਪਰਟੀ ਚੱਲ ਜੇ, ਜਿੱਦਣ ਜਾਣਾ ਕੱਫਣ ਵੀ ਔਖਾ ਹੀ ਨਸੀਬ ਹੁੰਦਾ। ਲੱਕੜਾਂ ਚ ਫੂਕ ਕੇ ਮਿੱਟੀ ਕਰ ਦਿੰਦਾ ਅਗਲਾ। ਨੰਗਾ ਆਇਆ ਸੀ, ਨਾਂਗੇ ਆਵਣਾ, ਨਾਂਗੇ ਜਾਣਾ, ਹਰ ਹੁਕਮ ਪਾਇਆ ਕਿਆ ਕੀਜੈ। ਅਮੀਰ ਤੇ ਤੂੰ ਤਾਂ ਹੁੰਦਾ ਨਾ ਵੀ ਜੇ ਜੰਮਿਆ ਸੀ ਕੱਪੜਿਆਂ ਸਮੇਤ ਜੰਮਦਾ, ਵੀ ਅਮੀਰ ਸੀ ਜੀ ਕੱਪੜੇ ਪਾ ਕੇ ਆਇਆ, ਨੰਗਾ ਹੀ ਜੰਮਿਆ ਸੀ। ਜਿੱਦਣ ਦੁਨੀਆ ਤੋਂ ਜਾਏਗਾ ਨੰਗਿਆਂ ਜਾਏਗਾ, ਨੰਗੇ ਪੈਰ ਜਾਏਗਾ। ਜੁੱਤੀ ਦੱਸੋ ਕਿਹੜੇ ਤੇ ਪਾਈ ਹੁੰਦੀ ਮਰਿਆ? ਹੁੰਦੀ ਜੇ ਪਾਈ ਵੀ ਆ ਨਾ ਮਰਨ ਵੇਲੇ ਉਹ ਵੀ ਲਾ ਕੇ ਸੁੱਟ ਦਿੰਦੇ, ਕਹਿੰਦੇ ਨੰਗੇ ਪੈਰ ਲੈ ਕੇ ਚੱਲੋ, ਹਰੀ ਅਪ ਚਲੋ, ਛੇਤੀ ਛੇਤੀ ਫੁੱਕੋ ਹੀ ਨੰਗੇ ਜਾਣਾ ਪੈਂਦਾ। ਸਰੀਰ ਕਰਕੇ ਵੀ, ਰੂਹ ਕਰਕੇ। ਸਤਿਗੁਰ ਕਹਿੰਦੇ ਚਾਰ ਪੱਥਰ ਇਕੱਠੇ ਕਰਕੇ ਲੋਕਾਂ ਵਿੱਚ ਸ਼ਾਹੂਕਾਰ ਸਦਾਉਣਾ ਏ। ਬਿਨ ਸਤਿਗੁਰ ਪੂਰੇ ਅੰਧ ਹੈ, ਭਾਈ ਬਿਨਾ ਸਤਿਗੁਰ ਪੂਰੇ ਤੋਂ ਜ਼ਮਾਨੇ ਵਿੱਚ ਦੁਨੀਆ ਅੰਨੀ ਹੈ। ਬਿਨ ਸਤਿਗੁਰ ਅੰਧ ਹੈ। ਅੰਧ ਨਾ ਮੰਨੇ ਦਾ। ਅੱਖਾਂ ਕਰਕੇ ਅੰਨਾ ਹੋਵੇ, ਸਰ ਸਕਦਾ ਡਗੋਰੀ, ਮਿਲ ਸਕਦੀ 100 ਸਾਧਨ ਨੇ, ਪਰ ਗਿਆਨ ਤੋਂ ਬੰਦਾ ਅੰਨਾ ਹੋਵੇ, ਅਗਿਆਨੀ ਬਣਿਆ ਫਿਰੇ, ਉਹਦਾ ਇਲਾਜ ਕੋਈ ਨਹੀਂ। ਮੂਲ ਨ ਬੂਝੇ ਰਾਹੋ, ਸਤਿਗੁਰ ਕਹਿੰਦੇ ਉਹਨੇ ਆਪਣੇ ਰਾਹ ਦਾ ਮੂਲ ਹੀ ਨਹੀਂ ਬੁੱਝਿਆ, ਮੋਢੀ ਨਹੀਂ ਜਾਣਿਆ। ਰਾਹ ਕਿਹੜਾ ਸੀ ਸਾਡਾ? ਦੁਨੀਆ ਤੇ ਆਉਣਾ ਤੇ ਦੁਨੀਆ ਤੋਂ ਜਾਣਾ। ਇਹ ਸਭ ਨੂੰ ਭੁੱਲਿਆ ਹੋਇਆ। ਮੌਤ ਭੁੱਲੀ ਦੀ ਨਿਸ਼ਾਨੀ ਕੀ ਹੈ? ਬੰਦਾ ਜਨਮ ਦਿਨ ਬੜੀ ਖੁਸ਼ੀ ਨਾਲ ਮਨਾਉਂਦਾ, ਚਾਹੇ ਉਹ ਮੈਂ ਆ ਜਾਂ ਤੁਸੀਂ, ਕੋਈ ਵੀ ਹੈ। ਜਿਹੜਾ ਬੰਦਾ ਬਰਥਡੇ ਮਨਾਉਂਦਾ, ਜਨਮ ਦਿਨ ਮਨਾਉਂਦਾ, ਕਿਤੇ ਨਾ ਕਿਤੇ ਉਹਨੂੰ ਮੌਤ ਯਾਦ ਨਹੀਂ। ਉਹ ਦੁਨੀਆ ਤੇ ਰੱਬ ਦੀ ਭੇਜੀ ਮਾਇਆ ਵਿੱਚ ਇੰਨਾ ਪ੍ਰਲੋਭਿਤ ਹੋਇਆ ਹੈ, ਉਹ ਮਰਨਾ ਭੁੱਲ ਗਿਆ, ਵਿਸਰ ਗਿਆ ਹੈ ਮਰਨਾ, ਚੇਤੇ ਨਹੀਂ ਹੈ। ਸਤਿਗੁਰ ਕਹਿੰਦੇ ਭਾਈ ਆਪਣਾ ਮੂਲ ਪਛਾਣ ਕੇ ਵੇਖ, ਆਪਣੇ ਮੁੱਢ ਨੂੰ ਜਾਣ ਲੈ। ਮੇਰਾ ਮੇਰਾ ਕਰ ਸੰਜਿਓ, ਮੇਰਾ ਮੇਰਾ ਕਰ ਸੰਜਿਓ। ਸੰਜਿਓ ਨਾ ਮੈਂ ਇਕੱਠਾ ਕੀਤਾ, ਆ ਵੀ ਮੇਰਾ ਉਹ ਵੀ ਮੇਰਾ। ਇਕੱਠੀਆਂ ਚੀਜ਼ਾਂ ਕਿਹੜੀਆਂ ਕਰੀਦੀਆਂ? ਜੀ ਤੇ ਪਹਿਲਾਂ ਮੇਰ ਲੱਗ ਜਾਂਦੀ ਵੀ ਮੇਰੀ ਹੈ। ਬਚਪਨ ਤੋਂ ਸ਼ੁਰੂ ਹੋ ਜਾਂਦੀ ਮੇਰ। ਬੱਚਾ ਦੁਕਾਨ ਤੇ ਗਿਆ ਹੈ, ਚੀਜ਼ ਪੈਸੇ ਦਿੱਤੇ ਨਹੀਂ ਦਿੱਤੇ, ਪਹਿਲਾਂ ਕਹਿੰਦਾ ਆ ਮੇਰੀ, ਜੋ ਮੇਰੀ ਆ ਮੇਰੀ ਹੀ ਰਹੇ, ਇਹ ਮੇਰ ਹੈ, ਇਹ ਹਉਮੈ ਹੈ। ਸਤਿਗੁਰ ਕਹਿੰਦੇ
फिर मेर ने तेरे कोल बड़ा कुछ इकट्ठा कराया, जो चीज तेरे कोल आ गई वो चीज हासिल करन लई पाप कीता। राजियां ने राणियां नूं हासिल करन लई पाप कीते, युद्ध कीते वड्डे वड्डे, माया हड़प्पण लई, खजाने लुट्टण लई, देशां ते राज करन लई। क्यों? क्योंकि मेरा है। सतगुर कहते मेरी मेरी कैरों करते दुर्योधन थे भाई। इत्थे ते मेरी वाले बहुत आज बहुत दुर गए। पातशाह कहते आ मेरी मेरी करके सब कुछ इकट्ठा कीता ए। ਰਾਤੀ ਅਤੇ ਡੇਹੋ, राती अते डेहो, रात अते दिन कहते मेरा मेरा करी गया, इकट्ठा करी गया, घर ले आई गया लुट के। पाप कीते। पाप क्यों कीते? साहिबा ने खोले है, कहते पापां वाजो होवे नाही मोया, साथ ना जाई। माया मर के नाल नहीं जानी, पर पापां बिना इकट्ठी भी नहीं होनी। पैसा इकट्ठा कर लई, माया इकट्ठी कर लई, बंदे नूं पाप करने पैंदे, हेरा फेरियां करनियां पैंदियां, तां कित्थे आउंदी करे। गुरु साहब कहंदे तेरे नाल कुछ नहीं जाना। चार पत्थरां नूं इकट्ठियां करके तू मान करी फिरदा, मैं सालसराय जौहरी हां, मेरे कोल पदार्थ ने, मेरी हवेली है, लोक मेरा पानी भरदे आ। सतगुर कहंदे की होया? पत्थर ने। अंत वेले किसी ने साथ नहीं देना। दसो जी, किसी बंदे की दौलत नाल फूकी जाती है? मने तां भी बंदा कहता जिदन मैं मरूं मेरियां गड्डियां नाल साड़ियां जाणगियां, जिदन मैं मरना मेरे घर नूं अग लाई जाऊगी, मेरी प्रॉपर्टी साड़ दित्ती जाऊ, मेरे नोट साड़ दित्ते जाणगे। नहीं, उत्ते पहले ही अगले करा लैंदे हिसाब किताब। जदों बुढ़ा अकाउंट खलाउंदा ना जाके, बच्चे कहंदे नॉमिनी बनाओ, पहला किसी होर नूं ना बना दी, भी जिदन तू गड्डी चढ़ गया साडे आपे ना चढ़ जाऊगा, ਅਸੀਂ ਆਪੇ ਵਾਰਸ ਹੋ ਜਾਾਂਗੇ। ਇੱਕ ਮਾਇਆ ਹੈ ਨਾ। ਮਰਦ ਕਹਿੰਦੇ ਆ ਪੱਥਰ ਕੰਕਰ ਇਕੱਠੇ ਕੀਤੇ, ਮੇਰਾ ਮੇਰਾ ਕਰਕੇ ਦਿਨ ਰਾਤ ਇੱਕ ਕਰਤਾ। ਤੇ ਗੁਰੂ ਬਾਬਾ ਜੀ ਨੇ ਕੀ ਕੀਤਾ ਸੀ? ਉਹ ਕਹਿੰਦੇ ਤੇਰਾ ਤੇਰਾ ਤੇਰਾ। ਮੋਦੀ ਖਾਨਾ ਕੀ ਕਰਦਾ ਸੀ? ਤੇਰਾ। ਰੱਬਾ ਇਹ ਵੀ ਤੇਰਾ, ਵਾਹਿਗੁਰੂ ਇਹ ਵੀ ਤੇਰਾ। ਜਿਹੜੀ ਵਸਤੂ ਤੇਰੀ ਹੈ ਉਹਦੇ ਪਿੱਛੇ ਮੈਂ ਕ੍ਰੋਧ ਨਹੀਂ ਕਰਾਂਗਾ, ਮੈਂ ਲਾਲਚ ਨਹੀਂ ਕਰਾਂਗਾ, ਮੈਂ ਹੰਕਾਰ ਨਹੀਂ ਕਰੂੰਗਾ, ਮੈਂ ਕਿਸੇ ਦਾ ਸਿਰ ਨਹੀਂ ਪਾੜਨਾ, ਕਿਉਂਕਿ ਉਹ ਤੇ ਤੇਰਾ ਦਿੱਤਾ ਹੋਇਆ। ਜਿੱਦਣ ਮੈਂ ਕਿਹਾ ਮੇਰਾ, ਮੈਂ ਕਹਿੰਦਾ ਮੇਰੀ ਵੱਟ ਟੱਪ ਕੇ ਵਿਖਾ, मेरी कंध टप के विखा, मेरे घर पैर पा के विखा, ते मैनू फोन करके विखा, ते मैनू बुला के विखा। एक ही है मेरा। गुरु नानक साहब महाराज कहते भाई दिन अते रात, राती अते डेहो, सालसराय जौहरी रात भी गई ते दिन भी गया। किवें गया? रैन गवाई सोए कै, दिवस गवाया खाए, हीरे जैसा जन्म है कौटी बदलै जाए। मर्द कहते रातां सौ सौ के गुजारियां, दिन खा खा के आ खा ला, आ खा ला, भी चंगा भी चंगा। सारी जिंदगी लंघी। 5 साल के बच्चे तो लैके 90 साल तक यही नहीं पता लग्या भी खाना की चंगा ते की माड़ा है। नित नवीं गल सुनते हैं, आ खाओ विटामिन मिलणगे, आ खाओ मिनरल मिलणगे, आ चीज खा लो ये भी चंगी है, आ ना खाओ माड़ी है। कित्थे फसिया बंदा? गुरु साहब कहते दिन रात एक कीता है। जे किते रब दा नाम हीरा इकट्ठा कीता हुंदा, किते जौहरी बनिया हुंदा, अपने औगण ते दूजियां दे गुण ग्रहण कीते हुंदे, तेरे वर्गा शाहूकार होना नहीं सी। ਕਾਈ ਸਾਖ ਨਾ ਉਪਜਿਆ, काई साथ ना उपजिया। गुरु बाबा जी कहंदे कौड़ा सच है भाई, आ वस्तुआं आ चीजां किसे दे साथ नहीं जांदियां, ना जमीआं। ਜ਼ਮੀਨਾਂ ਜਾਇਦਾਦਾਂ ਨਾਲ ਨਹੀਂ ਜੰਮੀਆਂ ਤੇ ਨਾ ਜਾਣੀਆਂ ਨੇ। ਇਹ ਕਾਦੇ ਵਾਸਤੇ ਆ? ਵਰਤਣ ਵਾਸਤੇ ਪਰਮਾਤਮਾ ਨੇ ਦਿੱਤੇ ਆ। ਇਹ ਚੀਜ਼ਾਂ ਵਰਤ ਕੇ ਜੀਵਨ ਸੁਖੀ ਬਣਾਈਏ, ਇਹਨਾਂ ਨੂੰ ਇਕੱਠੇ ਕਰ ਕਰ ਰੱਖੀ ਜਾਈਏ। ਮੁੜ ਕੇ ਨਹੀਂ ਪਤਾ ਲੱਗਦਾ ਮੋਦੀ ਵਰਗਾ ਸਿਰ ਫਿਰਾ ਕਦੋਂ ਕਰੰਸੀ ਬਦਲਦੇ। ਦੇਖਿਆ ਨਾ ਲੋਕੀ ਪਾਪ ਨਾਲ ਕਮਾਏ ਹੋਏ ਪੈਸੇ ਇਕੱਠੇ ਬੈੱਡ ਭਰੇ ਥੱਲੋਂ ਰਾਤੋਂ ਰਾਤ ਹੀ ਅਗਲੇ 8 ਵਜੇ ਕਰਤਾ ਕੰਮ। ਕਹਿੰਦੇ ਫਿਰ ਪੰਡਾਂ ਬਨ ਬਨ ਨਹਿਰਾਂ 'ਚ ਸੁੱਟਦੇ ਫਰੀ ਗਏ। ਕਹਿੰਦੇ ਯਾਰ ਕੀ ਕਰੀਏ, ਕਾਗਜ਼ੀ ਆ ਹੁਣ। ਮਾਇਆ ਲੋਕਾਂ ਦੀ ਕਿਸਮਤ ਬਦਲਦੀ। कई बार सरकारां माया की किस्मत बदल दिंदियां ने, उदों भी समझ ना आया। गुरु साहब कहते आ चीज़ां कट्ठियां कर करके शाहूकार बन गए। दुनिया च शाहूकार होएगा धर्मराज कोल थोड़ी है, जमा दे कोले थोड़ी है। उत्थे की होएगा? घत गलावा चलिया, उत्थे ते गल विच संगल पाए होने आ, अगे करनी कीरत बाजी है, वह लेखा कर समझाया। पुछदा कोई? उत्थे ਵੱਡੇ ਵੱਡੇ ਲੋਕਾਂ ਦੇ ਗਲਾਂ ਵਿੱਚ ਸੰਗਲ ਪਾ ਪਾ ਕੇ ਧਰਮ ਰਾਜ ਦੀ ਕਚਹਿਰੀ 'ਚ ਖਿੱਚਿਆ ਜਾਂਦਾ ਹੈ। ਉੱਥੇ ਗੁਣ ਤੇ ਔਗਣ ਗਣਾਏ ਜਾਂਦੇ ਆ। ਕਹਿੰਦੇ ਜੇ ਗੁਣ ਕਮਾਇਆ ਹੀ ਕੋਈ ਨਹੀਂ ਤੇ ਫਿਰ ਔਗਣਾਂ ਦੀ ਹਾਰ ਪੈਣੇ ਆ। ਕੀਤੇ ਪਾਪਾਂ ਦੇ ਫਿਰ ਹਾਲ ਉੱਥੇ ਭੁਗਤਣੇ ਪੈਂਦੇ ਨੇ। ਕਲਰ ਉਠਾ ਮੇਹੋ, ਗੁਰੂ
ਸਾਹਿਬ ਕਹਿੰਦੇ ਆਮ ਬੰਦੇ ਦੀ ਜ਼ਿੰਦਗੀ ਕੀ ਹੈ? ਕੱਲਰ ਬੁੱਠਾ ਮੇਹੋ, ਕੱਲਰ ਦੀ ਧਰਤੀ ਬੰਜਰ। ਕੱਲਰ ਧਰਤੀਆਂ ਅੱਜ ਵੀ ਬੜੀਆਂ, ਸਾਡੇ ਪੰਜਾਬ ਦੀ ਧਰਤੀ ਰਾਜਸਥਾਨ ਚਲੇ ਜਾਓ, ਹੁੰਦਾ ਹੀ ਉੱਥੇ ਕੁਛ ਨਹੀਂ, ਫਸਲ ਹੀ ਨਹੀਂ ਹੁੰਦੀ ਕੋਈ। ਕਹਿੰਦੇ ਕੱਲਰ ਦੀ ਧਰਤੀ ਤੇ ਰੇਗਿਸਤਾਨ ਮਾਰੂ ਥਲ ਵਿੱਚ ਮੀਂਹ ਪਈ ਜਾਏ, ਫਸਲ ਬੀਜ ਲੂ ਕੋਈ? ਨਹੀਂ। ਤੁਸੀਂ ਬੀਜ ਬੀਜਦੇ ਹੋ, ਕੱਲਰ 'ਚ ਪਾਣੀ ਲਾਈ ਚੱਲੋ, ਟਿਊਬਲਾਂ ਦਾ, ਨਹਿਰਾਂ ਦਾ, ਬਰਸਾਤਾਂ ਦਾ। ਮਰਜ ਕਹਿੰਦੇ ਆ ਮਾਇਆ ਪਦਾਰਥ ਇਕੱਠੇ ਕੀਤੇ ਕੱਲਰ ਦੇਹ ਦੇ ਵਿੱਚ, ਕਿਸੇ ਕੰਮ ਨਹੀਂ ਆਉਣੇ। ਹੁਣ ਸਾਲਸ ਇਹ ਬੇਨਤੀ, ਮਰਦ ਕਹਿੰਦੇ ਸਾਲਸ ਰਾਏ ਇੱਕ ਬੇਨਤੀ ਹੈ ਭਾਈ ਇਹ ਸਮਝਣ ਵਾਲੀ। ਜਿਵੇਂ ਕੱਲਰ ਦੀ ਭੀਤ, ਕੰਧ ਵੀ ਕਿਸੇ ਕੰਮ ਨਹੀਂ ਆਉਂਦੀ, ਡਿੱਗ ਜਾਂਦੀ ਆ ਰੇਤੇ ਦੀ। ਕਹਿੰਦੇ ਕੱਲਰ ਜ਼ਮੀਨ ਵਿੱਚ ਬੀਜਿਆ, ਬੰਜਰ ਵਿੱਚ ਬੀਜਿਆ, ਬੀਜ ਖਰਾਬ ਕਰਨ ਵਾਲਾ ਕੰਮ ਉਹਨੇ ਹੋਣਾ ਹੀ ਕਦੇ ਨਹੀਂ। ਸਤਿਗੁਰ ਕਹਿੰਦੇ ਸਮਝ ਕੇ ਵੇਖ ਆ ਖੇਤ ਸਰੀਰ ਵਿੱਚ ਕੀ ਬੀਜ ਰਿਹਾ, ਮਨ ਲਾਲ ਵਿੱਚ ਕੀ ਕੁਝ ਇਕੱਠਾ ਕੀਤਾ, ਕਰਨਾ ਕੀ ਸੀ? ਚੰਗੇ ਗੁਣ, ਰੱਬ ਦੀ ਵਡਿਆਈ। ਅਸੀਂ ਲੋਕਾਂ ਦੇ ਔਗਣ, ਆਪਣੇ ਗੁਣ ਤੇ ਆਪਣੀ ਵਡਿਆਈ ਕੀਤੀ। ਕਰਨਾ ਕੀ ਸੀ? ਕਰੀ ਕੀ ਫਿਰਦੇ ਆ? ਜੇ ਕਰਮ ਪ੍ਰਾਪਤ ਹੋਏ। ਭਾਈ ਕੱਲਰ ਦੇ ਵਿੱਚ ਬੀਜ ਕੇ ਕੋਈ ਆਖੇ ਮੇਰੇ ਕਰਮਾਂ 'ਚ ਫਸਲ ਦਾ ਝਾੜ ਦੀ ਸੀ, ਇਹ 'ਚ ਕਰਮ ਕੀ ਕਰਨਗੇ? ਕਹਿੰਦੇ ਜਿਹਨੇ ਕਰਮ ਚੰਗੇ ਬਣਾਏ ਉਹਨੇ ਜ਼ਮੀਨ ਚੰਗੀ ਖਰੀਦੀ, ਚੰਗੀ ਵਿੱਚ ਬੀਜਿਆ ਤੇ ਚੰਗਾ ਝਾੜ ਵੱਢਿਆ। ਆਪਣੇ ਹੱਥ ਸੀ ਨਾ ਇਹ। ਤੁਸੀਂ ਜਾ ਕੇ ਕੱਲਰ ਦੀ ਧਰਤੀ ਤੇ ਬੀਜ ਬੀਜ ਕੇ ਆਖੋ ਵੀ ਟਰਾਲੀ ਭਰ ਕੇ ਲਿਆਉਂ ਝੋਨਾ ਕਣਕ, ਹੋਊਗੀ ਨਹੀਂ, ਬੀਜ ਵੀ ਖਰਾਬ ਹੋਣਾ। ਸਾਹਿਬ ਕਹਿੰਦੇ ਤੇਰੇ ਕਰਮ ਸੀ ਜਿਹੜੇ ਬੀਜ ਸਨ, ਤੂੰ ਆਪ ਕਮਾਉਣੇ ਹਨ। ਨਾਨਕ ਏਕ ਅਰਾਧੀ ਹੈ। ਇਹ ਕਮਾਏ ਕਿੱਦਾਂ ਜਾਣੇ ਨੇ? ਨਾਨਕ ਏਕ ਅਰਾਧੀ ਹੈ। ਕਹਿੰਦੇ ਇੱਕ ਨੂੰ ਜਪਣਾ ਹੈ, ਇੱਕ ਨੂੰ ਆਰਾਧਣਾ ਹੈ, ਇੱਕ ਨੂੰ ਚੇਤੇ ਕਰਨਾ ਏ। ਦੁੱਖ ਨ ਲਾਗੇ ਕੋਏ, ਦੁੱਖ ਨਾ ਲਾਗੇ ਕੋਏ। ਕਦੇ ਜੰਮਣ ਮਰਨ ਦਾ ਦੁੱਖ ਨਹੀਂ ਲੱਗਣਾ। ਇਹ ਦੁੱਖ ਹੈ ਵੱਡਾ ਜੰਮਣ ਮਰਨ ਦਾ। ਅਸੀਂ ਤੇ ਪੂਰਾ ਹੋ ਗਿਆ ਦੁੱਖ, ਦਰਦ ਹੋ ਗਿਆ ਉਹ ਵੀ ਦੁੱਖ ਹੈ। ਇਹ ਦੁੱਖ ਥੋੜੀ ਨਹੀਂ, ਇਹ ਤੇ ਦਰਦ ਨੇ। ਪਹਿਲਾਂ ਤੇ ਸਾਨੂੰ ਅੱਜ ਤੱਕ ਇਹ ਨਹੀਂ ਪਤਾ ਲੱਗਿਆ ਵੀ ਦੁੱਖ ਕਿਹਨੂੰ ਕਹਿੰਦੇ ਆ ਤੇ ਦਰਦ ਕਿਹਨੂੰ ਕਹਿੰਦੇ ਆ। ਦੋਨਾਂ ਦੀ ਅਲੱਗ-ਅਲੱਗ ਚੀਜ਼ਾਂ ਨੇ। ਦਰਦ ਹੋਰ ਹੈ, ਦੁੱਖ ਹੋਰ ਹੈ। ਦਰਦ ਆਉਂਦੇ ਨੇ ਸਰੀਰ ਕਰਕੇ, ਫਿਜ਼ੀਕਲ ਬਾਡੀ ਤੇ ਦਰਦ ਨੇ, ਦੁੱਖ ਨੇ ਮਨ ਦੇ। ਹੁਣ ਮਨ ਦਾ ਦੁੱਖ ਤੇ ਕੋਈ ਵੀ ਨਹੀਂ ਕੱਟ ਸਕਦਾ। ਕੱਟ ਸਕਦਾ ਗੁਰੂ ਬਿਨਾਂ ਕੋਈ? ਦੱਸੋ ਕੋਈ? ਕੋਈ ਨਹੀਂ ਕੱਟ ਸਕਦਾ। ਸਰੀਰ ਦਾ ਦਰਦ ਕੱਟਿਆ ਜਾ ਸਕਦਾ ਹੈ, ਕਟਾਇਆ ਜਾ ਸਕਦਾ ਏ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਭਾਈ ਅੰਦਰ ਇਹ ਦਰਦ ਭਰਿਆ ਹੋਇਆ ਏ, ਪਰਮਾਤਮਾ ਹੀ ਨਹੀਂ ਮਿਲਿਆ। ਇਸ ਜੀਵਨ ਵਿੱਚ ਉਹਦੀ ਪਛਾਣ ਕੀਤੀ ਨਹੀਂ। ਚੌਪਈ ਰਾਖੈ ਸੰਚਲਾਲ ਜੇ ਪਾਸਾ, ਤਿਨ ਤੇ ਸਰ ਨਈ ਕੋ ਕਾਜਾ। ਗੁਰੂ ਬਾਬਾ ਜੀ ਕਹਿੰਦੇ ਸਾਲਸਰਾਏ ਜੌਰੀਆ ਜਿੰਨੇ ਲਾਲ ਇਕੱਠੇ ਕੀਤੇ ਆ, ਧਨ ਦੌਲਤ ਇਕੱਠੀ ਕੀਤੀ ਹੈ, 10 ਅੰਤ ਵੇਲੇ ਕਾਰਜ ਸਾਰੂ। ਜਦੋਂ ਅੰਤਲੇ ਸਾਹ ਚੱਲਦੇ ਹੁਣ ਉਦੋਂ ਧਰਮਰਾਜ ਨੂੰ ਆਖੀ ਵੀ ਇੰਨੀ ਮਾਇਆ ਲੈ ਲਾ, ਸਾਹ ਉਧਾਰੇ ਦੇ ਦੇ। ਇੱਕ ਸਾਹ ਵੀ ਨਹੀਂ ਹੋਣਾ। ਇੱਕ ਸਾਹ ਜਿਹੜਾ ਕਹਿੰਦੇ ਆ ਨਾ ਬਹੁਤ ਵੱਡੀ ਚੀਜ਼ ਹੈ, ਉਹ ਵੀ ਉਧਾਰ ਤੈਨੂੰ ਨਹੀਂ ਮਿਲਣਾ। ਪਾਤਸ਼ਾਹ ਕਹਿੰਦੇ ਜਿਨ੍ਹਾਂ ਦੇ ਮਾਣ ਵਿੱਚ ਤੂੰ ਆਪਣਿਆਂ ਨੂੰ ਦੁਸ਼ਮਣ ਬਣਾ ਲਿਆ, ਆਪਣਿਆਂ ਨੂੰ ਵੈਰੀ ਬਣਾ ਲਿਆ, ਉਹ ਕੀ ਸੀ? ਇਹ ਪਦਾਰਥ। ਪਦਾਰਥਾਂ ਪਿੱਛੇ ਲੜਦੇ ਆ ਨਾ ਸਾਰਾ ਕੁਝ। ਆ ਦੁਨੀਆ ਤੇ ਜਿੰਨੀਆਂ ਸਰਕਾਰਾਂ ਬਣਦੀਆਂ ਨੇ, ਵਾਧੇ ਘਾਟੇ, ਡਾਂਗਾ ਸੋਟੇ, ਕੋਰਟ ਕਚਹਿਰੀਆਂ ਚੱਲਦੇ ਕਾਦੇ ਨੇ? ਜਰ ਜੋਰੂ ਜ਼ਮੀਨ, ਤਿੰਨਾਂ ਦੀ ਰੌਲਾ। ਔਰਤ ਦਾ ਜਰ ਪੈਸਾ, ਜ਼ਮੀਨ ਤੀਜੀ। ਇਹ ਤਿੰਨ ਚੀਜ਼ਾਂ ਪਿੱਛੇ ਕਹਿੰਦੇ ਦੁਨੀਆ 'ਚ ਬੰਦਾ ਲੜਦਾ ਫਿਰਦਾ ਏ। ਪਰ ਅਸਲ ਸੀ ਜੋ ਤਤ ਸਿਧਾਂਤ ਸੀ, ਇਹਨੇ ਗਵਾ ਲਿਆ ਏ। ਖਾਣ ਪੀਣ ਮੈਂ ਸੋ ਨਹਿ ਆਵੇ, ਪੜਸਿਓ ਸੀਤ ਨ ਦੇ ਹਟਾਵਹਿ। ਸਤਿਗੁਰ ਕਹਿੰਦੇ ਖਾਣ ਪੀਣ ਵਿੱਚ ਸਮਾਂ ਗਵਾ ਲਿਆ। ਖਾਣਾ ਪੀਣਾ, ਹੱਸਣਾ ਸੌਣਾ ਵਿਸਰ ਗਿਆ ਹੈ ਮਨ। ਕਹਿੰਦੇ ਭੁੱਲੀ ਫਿਰਦਾ ਹੈ, ਪੜਦਾ ਫਿਰਦਾ ਦੁਨੀਆ ਦੀਆਂ ਗੱਲਾਂ, ਚੰਗੀਆਂ ਚੰਗੀਆਂ ਗੱਲਾਂ ਲੋਕਾਂ ਨੂੰ ਸੁਣਾਉਂਦਾ, ਆਪਣੇ ਤੇ ਅਮਲ ਕਦੇ ਨਹੀਂ ਕੀਤਾ। ਕਹਿੰਦੇ ਇਹਨਾਂ ਚੀਜ਼ਾਂ ਕਰਕੇ ਇਹਦਾ ਜੀਵਨ ਦੁਖੀ ਹੋਇਆ। ਕੰਧਾਂ ਉੱਤੇ ਲਿਖੇ ਸਰਨਾਵੇ, ਕਾਪੀਆਂ ਕਿਤਾਬਾਂ ਤੇ ਲਿਖੇ ਚੰਗੇ ਬੋਲ ਲੋਕਾਂ ਨੂੰ ਵਿਖਾਉਣ ਲਈ ਨਹੀਂ ਹੁੰਦੇ, ਆਪਣੀ ਜ਼ਿੰਦਗੀ ਵਿੱਚ ਢਾਲਣ ਲਈ ਹੁੰਦੇ ਆ। ਉਹ ਚੀਜ਼ਾਂ ਜਦੋਂ ਮਨੁੱਖ ਆਪਣੀ ਜ਼ਿੰਦਗੀ ਢਾਲੇ, ਲੋਕ ਕਹਿੰਦੇ ਯਾਰ ਉਹ ਬੰਦਾ ਬੜਾ ਸਭੂ ਨੂੰ ਗੁੱਸਾ ਨਹੀਂ ਆਉਂਦਾ, ਉਹਦੀ ਸਹਿਨਸ਼ੀਲਤਾ ਬਹੁਤ, ਉਹ ਦਾਨੀ ਬਹੁਤ ਹੈ। ਜੋ ਉਹ ਕਹਿੰਦਾ ਏ ਆਪਣੇ ਜੀਵਨ ਵਿੱਚ ਵੀ ਹੈ, ਉਹਨੇ ਧਾਰਨ ਕੀਤਾ ਹੋਇਆ ਏ। ਵਾਹਨ ਜਾਤ ਸਵਸ ਪਿਖ ਰਾਖਤ,
ਘਰ ਹੰਕਾਰ ਸ਼ਾਹੋ ਨਿਜ ਭਾਖਤ। ਸਾਲਸਰਾਏ ਚੌਧਰੀ ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਬੜਾ ਹੈਰਾਨ ਹੋਇਆ। ਮਰਦ ਕਹਿੰਦੇ ਪੱਥਰਾਂ ਨੂੰ ਇਕੱਠਿਆਂ ਕਰਕੇ ਕਾਹਦਾ ਅਮੀਰ ਹੋਇਆ ਫਿਰਦਾ। ਜਿਸ ਪ੍ਰਭੂ ਨੇ ਹੀਰੇ ਮੋਤੀ ਧਰਤੀ ਜ਼ਮੀਨ ਅਸਮਾਨ ਸਾਜਿਆ, ਉਹ ਕਿੱਡਾ ਅਮੀਰ ਹੋਣਾ। ਸ਼ਾਹੇ ਸ਼ਹਿਨਸ਼ਾਹ ਨਾ ਪਰਮਾਤਮਾ। ਦੱਸੋ ਜੀ, ਹੀਰੇ ਬੰਦੇ ਨੇ ਬਣਾਏ ਆ, ਉਹ ਅਲੱਗ ਅਲੱਗ ਡੁਪਲੀਕੇਟ ਹੀਰੇ ਡਾਇਮੰਡ ਬਣਾਏ ਜਾਂਦੇ ਆ ਲੈਬ ਦੇ ਵਿੱਚ, ਪਰ ਉਹ ਜੋ ਨੈਚੁਰਲ ਨੇ ਉਹਨਾਂ ਦੀ ਰੀਸ ਥੋੜੀ ਕਰਦੇ ਆ। ਸੋਨਾ 200 ਬੰਦੇ ਨੇ ਬਣਾਇਆ, ਚਾਂਦੀ ਪਿੱਤਲ ਜਿਸਤ ਤਾਂਬਾ ਜੋ ਕੁਝ ਵੀ 8 ਦੀਆਂ 8 ਧਾਤਾਂ ਜਿੰਨੇ ਮਿਨਰਲ ਨੇ, ਕਿਹਨੇ ਬਣਾਇਆ? ਪਰਮਾਤਮਾ ਨੇ। ਜਿਹਨੇ ਬਣਾ ਕੇ ਖਾਨਾ ਭਰੀਆਂ ਨੇ, ਖਜ਼ਾਨੇ ਭਰੇ, ਉਪਗ੍ਰਹਿ ਗ੍ਰਹਿ ਭਰੇ ਹੋਏ ਆ, ਉਹ ਕਿੱਡਾ ਅਮੀਰ ਹੋਣਾ। ਇੱਥੇ ਤੇ 4 ਖਾਨਾ ਕੱਢ ਕੇ ਬੰਦਾ ਕਹਿੰਦਾ ਵੀ ਇਹ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਜਿਹਦੇ ਕੋਲ ਸਾਰਾ ਕੁਝ ਹੈ, ਪਰ ਕਹਿੰਦੇ ਉਹ ਕੌਣ ਹੈ? ਰਾਜਨ ਕੇ ਰਾਜਾ, ਮਹਾਰਾਜਨ ਕੇ ਮਹਾਰਾਜਾ। ਉਹ ਤੇ ਏਡਾ ਵੱਡਾ ਰਾਜਾ ਹੈ। ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਵਾਜਾ। ਰੱਬਾ ਤੂੰ ਰਾਜਿਆਂ ਦਾ ਰਾਜਾ ਏ ਤੇ ਗਰੀਬ ਨਵਾਜ ਹੈ, ਗਰੀਬਾਂ ਨੂੰ ਨਵਾਜ਼ਣ ਵਾਲਾ ਏ। ਸ੍ਰੀ ਕਰਤਾਰ ਨਾਮ ਸੱਚ ਲਾਲਾ, ਜੇ ਕੋ ਮਿਲੇ ਸੋ ਹੋਤ ਨਿਹਾਲਾ। ਗੁਰੂ ਪਾਤਸ਼ਾਹ ਜੀ ਕਹਿੰਦੇ ਸਾਲਸਰਾਏ ਜੌਹਰੀ ਅਮੀਰ ਉਹ ਹੈ, ਵੱਡਾ ਉਹ ਹੈ ਜਿਹਦੇ ਕੋਲ ਸੱਚੇ ਨਾਮ ਪਰਮਾਤਮਾ ਦੇ ਦਾ ਲਾਲ ਆ ਗਿਆ। ਰੱਬ ਦੇ ਨਾਮ ਦਾ ਲਾਲ ਜਿਹਦੇ ਕੋਲ ਆ ਗਿਆ ਨਾ, ਲਾਲੋ ਲਾਲਿਓ ਪਾਇਆ, ਲਾਲੋ ਲਾਲ ਦਿਸਨ। ਜਿਨ੍ਹਾਂ ਦੇ ਜੀਵਨ ਵਿੱਚ ਲਾਲ ਪ੍ਰਗਟ ਹੋ ਗਿਆ, ਨਾਮ ਸਿਮਰਨ, ਜੀਵਨ ਬਹੁਤ ਵੱਡਾ ਹੈ। ਕਿਉਂਕਿ ਇਹ ਇਸ਼ਾਰਾ ਮਹਾਰਾਜ ਨੇ ਭਾਈ ਮਰਦਾਨਾ ਜੀ ਨੂੰ ਕਰਦਾ ਸੀ, ਕਹਿੰਦੇ ਆ ਲਾਲ ਨਹੀਂ ਹੈ ਭਾਈ, ਪਰਮੇਸ਼ਰ ਦਾ ਨਾਮ ਹੈ। ਮਰਦਾਨਿਆ ਰੱਖ ਲੈ ਭਾਵੇਂ ਵੇਚ ਲੈ। ਕਹਿੰਦਾ ਮਹਾਰਾਜ ਮੈਂ ਤਾਂ ਨਹੀਂ ਵੇਚਣਾ। ਸਤਿਗੁਰ ਕਹਿੰਦੇ ਜੇ ਵੇਚਣਾ ਨਹੀਂ ਫਿਰ ਪੈਸੇ ਮੋੜੋ ਦੇ, ਜੇ ਨਹੀਂ ਮੋੜੇ ਫਿਰ ਇਹਦਾ ਮਤਲਬ ਤੂੰ ਰੱਬ ਦਾ ਨਾਮ ਵੇਚ ਕੇ ਆਇਆ। ਉਹ ਥਾਂ ਚੁੱਪ ਬੈਠੇ ਸੀ। ਗੁਰੂ ਸਾਹਿਬ ਕਹਿੰਦੇ ਰੱਬ ਦਾ ਨਾਮ ਜਿਸ ਹਿਰਦੇ ਵਿੱਚ ਆ ਗਿਆ, ਉਹ ਤਨ ਵੀ ਪੂਜਿਆ ਜਾਂਦਾ ਹੈ, ਉਹ ਵਸਤਰ ਵੀ ਪੂਜੇ ਜਾਂਦੇ ਨੇ, ਉਹ ਥਾਂ ਵੀ ਪੂਜੀ ਜਾਂਦੀ ਹੈ। ਨਾਮ ਜਪਣ ਵਾਲਾ ਗੁਰਮੁਖ ਪਿਆਰਾ ਹੋਵੇ, ਦੁਨੀਆ ਪੈਰੀ ਹੱਥ ਲਾਉਂਦੀ ਹੈ। ਸਿਮਰਨ ਕਰਨ ਵਾਲਾ ਹੋਵੇ, ਲੋਕੀ ਦਰਸ਼ਨ ਕਰਕੇ ਵਾਹਿਗੁਰੂ ਕਹਿੰਦੇ ਆ। ਕਹਿੰਦੇ ਧੰਨ ਭਾਗ ਐਸੇ ਰੱਬ ਦੇ ਪਿਆਰਿਆਂ ਦੇ ਜਿਨ੍ਹਾਂ ਦੇ ਦਰਸ਼ਨ ਕਰਕੇ ਅੰਦਰ ਸ਼ਾਂਤੀ ਆ ਗਈ। ਕਿਉਂ? ਕਿਉਂਕਿ ਸਿਮਰਨ ਕੀਤਾ ਹੈ। ਮੇਨ ਰੱਬ ਦਾ ਨਾਮ ਸੀ ਉਹਨਾਂ ਦੇ ਜੀਵਨ ਵਿੱਚ। ਉਹੀ ਲਾਲ ਸੀ। ਜਦੋਂ ਉਹ ਲਾਲ ਜੀਵਨ ਵਿੱਚ ਆਇਆ, ਕਹਿੰਦੇ ਉਹ ਲਾਲੀ ਜੀਵਨ ਤੇ ਦਿਸਣੀ ਸ਼ੁਰੂ ਹੋਈ। ਉਹ ਜੱਗ ਵਿੱਚ ਅਮੀਰ ਹੋਏ, ਸਭ ਤੋਂ ਵੱਡੇ ਹੋਏ। ਉਹ ਰਾਜਿਆਂ ਦੇ ਰਾਜੇ ਨੇ, ਮਹਾਰਾਜਿਆਂ ਦੇ ਮਹਾਰਾਜੇ ਨੇ। ਭਾਵੇਂ ਉਹ ਝੁੱਗੀਆਂ 'ਚ ਰਹਿਣ ਵਾਲੇ ਸੀ, ਪਰ ਰਾਜੇ ਮਹਾਰਾਜੇ ਉਹਨਾਂ ਦੇ ਚਰਨ ਪਰਸਦੇ ਸੀ। ਕਿਹਨਾਂ ਦੇ? ਜਿਨ੍ਹਾਂ ਦੇ ਪੱਲੇ ਰੱਬ ਦਾ ਨਾਮ ਸੀ।